सतनाम श्री वाहिगुरु जी। सतनाम श्री वाहिगुरु जी। सूरज किरण मिले जल का जल हुआ राम। ज्योति ज्योत रली संपूर्ण थी राम। ज्यों जल में जल आई खटाना त्यों ज्योति संग जोत समाना। मिट गए गमन पाई विश्राम। नानक प्रभु के सद कुर्बान। सतनाम श्री वाहिगुरु साहिब जीओ। जब चित साता इस बिद को भयो तब संचत जोत मन जल गयो। जब चित साता इस बिद को भयो तब संचत जोत मान जल गयो। वाहिगुरु जी का खालसा वाहिगुरु जी की फतेह। कोट ब्रह्मंडां दे मालक जुग जुग अटल शब्दा अवतार। दसां पातशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी दे पावन पवित्र हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार यार सत्कार दे नाल इस स्थान दे चल ही लड़ीवार गुर इतिहास की कथा विचार सो सरवण करके लाह प्राप्त करो। अज दसवीं का पवित्र दिहाड़ा है। एक चानन पख की दसवीं हुंदी है जो आपां शहीदां दी याद विच मनाउंदे हां। जिहड़ी अज वाली दसवीं है ये हनेर पख वाली है। आपां सुधी दसवीं का दिहाड़ा मनाउंदे हां पर अज वधी दसवीं है। जिमें पूर्णमाशी की रात नूं आम नगरां दे विच रात के 12 बजे तक गुरमुख शब्द पढ़ते कीर्तन करते। पुरातन बजुर्ग हर पुन्नियां दी पुन्नियां दीवान लाउंदे। नानकसर अजे भी पूर्णमाशी अनाडा साहिब भी मनाई जाती है। उदों श्री गुरु नानक देव महाराज जी का अवतार होया सी 31 दी पुन्निया नूं। ते जिहड़ा अज दसवीं का पवित्र दिहाड़ा है वधी दसवीं का अज दे दिन सतगुरु नानक देव जी महाराज सच्चे पातशाह ज्योति जोत समाए सन। करतारपुर साहिब विखे जिस वक्त गुरु जी ने ज्योति जोत समाना सी तां गुरता गद्दी का प्रबंध पहला ही कर दिता। जिस वक्त धानक का रूप धारिया एक सुआन दोए सुआनी नाल भलके भौके सदा बयाल। कूड़ शुरा मुठा मरदार धानक रूप राह करतार। ये पावन शब्द उचारिया सिक्खी की परख वास्ते गुरु जी की चोण वास्ते महाराज जी ने स्वांग रचिया।
ਸਰੀਰ ਦੇ ਉੱਪਰ ਲੱਸੀ ਦੇ ਛੱਟੇ ਮਾਰ ਲਏ, ਮੱਖੀਆਂ ਭਿਣਕਣ ਲਾ ਦਿੱਤੀਆਂ, ਲੱਕ ਨਾਲ ਵਾਣ ਬੰਨ੍ਹ ਲਿਆ, ਮੁੰਜ ਦਾ ਵਾਣ, ਅਤੇ ਹੱਥ ਵਿੱਚ ਕੁੱਤਕਾ ਫੜ ਲਿਆ, ਕੁੱਤੇ ਅਤੇ ਕੁੱਤੀਆਂ ਮਗਰ ਲਾ ਲਏ, ਬੱਚੇ ਰੌਲਾ ਪਾਉਂਦੇ ਪਿੱਛੇ ਪਿੱਛੇ। ਸਿੱਖੀ ਦੀ ਪਰਖ ਬੜੀ ਸਖਤੀ ਨਾਲ ਹੋਈ। ਸਿੱਕੇ, ਪੈਸੇ, ਚਾਂਦੀ ਦੀਆਂ ਮੋਹਰਾਂ, ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਈਏ, ਸੋਨੇ ਦੀਆਂ ਮੋਹਰਾਂ, ਹੀਰੇ ਮੋਤੀ ਜਵਾਹਰਾਤ ਇਤਿਆਦਿਕ ਮਾਇਆ ਦਾ ਖੇਲ ਦਿਖਾ ਕੇ ਸਿੱਖੀ ਨੂੰ ਖਾਰਜ ਕਰ ਦਿੱਤਾ। ਐਂਡ 'ਤੇ ਕੇਵਲ 3 ਸਿੱਖ ਬਚੇ, ਭਾਈ ਭਗੀਰਥ, ਪਾਮਣ ਲਹਿਣਾ ਜੀ ਅਤੇ ਬਾਬਾ ਬੁੱਢਾ ਸਾਹਿਬ ਜੀ। ਫਿਰ ਮੁਰਦੇ ਦੀ ਸਖਤ ਪ੍ਰੀਖਿਆ ਪਾ ਦਿੱਤੀ ਕਿ ਮੁਰਦਾ ਛਕੋ, ਜਿਹਦੇ ਵਿੱਚ ਪਾਮਣ ਸ੍ਰੀ ਲਹਿਣਾ ਜੀ ਪਾਸ ਹੋਏ। ਕੁੱਤਕਾ ਦਿਖਾ ਕੇ ਕਹਿਣ ਲੱਗੇ ਕਿ ਖਾਂਦਾ ਕਿਉਂ ਨਹੀਂ? ਕਹਿੰਦੇ ਜੀ ਆਪ ਇਹ ਹੁਕਮ ਕਰੋ ਸਿਰ ਵੱਲੋਂ ਕਿ ਪੈਰਾਂ ਵੱਲੋਂ ਖਾਵਾਂ। ਕਹਿੰਦੇ ਸਿਰ ਤੋਂ ਪੈਰਾਂ ਤੱਕ ਸਾਰਾ ਖਾ। ਜਦ ਬਸਤਰ ਚੁੱਕਿਆ ਤਾਂ ਪ੍ਰਸ਼ਾਦ ਬਣਿਆ ਦਿਖਿਆ। ਮਹਾਰਾਜ ਨੇ ਛਕਿਆ, ਫਿਰ ਕੁੱਟ ਕੇ ਛਾਤੀ ਨਾਲ ਲਾ ਕੇ ਗੁਰੰਗਤ ਗੁਰੰਗ ਦੇ ਗੰਗੋ ਜਾਨ ਤਰੰਗ ਉਠਾਇਆ। ਉਸ ਤੋਂ ਬਾਅਦ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਦੀ ਤਿਆਰੀ ਕੀਤੀ। ਮਾਤਾ ਸੁਲੱਖਣੀ ਜੀ ਗੁਰੂ ਸਾਹਿਬ ਦੇ ਕੋਲ ਹਾਜ਼ਰ ਹੋਈ। ਕਹਿਣ ਲੱਗੀ ਜੀ ਆਪ ਜੀ ਦੇ ਪੁੱਤਰ ਕੀ ਕਰਨਗੇ? ਮਹਾਰਾਜ ਕਹਿੰਦੇ ਬੁਲਾ ਕੇ ਲਿਆ। ਜਿਹੜੀ ਗੱਦੀ ਸੀ ਇਹ ਮੇਰੇ ਵੱਸ ਨਹੀਂ ਸੀ। ਅਕਾਲ ਪੁਰਖ ਦੇ ਹੁਕਮ ਮੁਤਾਬਕ ਜਿਨ੍ਹਾਂ ਨੂੰ ਮਿਲਣੀ ਉਹਨਾਂ ਨੂੰ ਮਿਲ ਚੁੱਕੀ ਹੈ। ਲਿਆ ਤੇਰੇ ਪੁੱਤਾਂ ਨੂੰ ਵੀ ਜੋ ਮੰਗਦੇ ਉਹ ਦਿੰਦੇ ਹਾਂ, ਕੋਈ ਘਾਟਾ ਨਹੀਂ ਰਹੇਗਾ। ਉਹਨਾਂ ਨੂੰ ਮੇਰੇ ਕੋਲ ਬੁਲਾ। ਜਦ ਗੁਰੂ ਸਾਹਿਬ ਦਾ ਸੁਨੇਹਾ ਪਹੁੰਚਿਆ ਤਾਂ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਇਹਨਾਂ ਆਖਿਆ ਕਿ ਗੁਰੂ ਸਾਹਿਬ ਵੈਸੇ ਹੀ ਕਹਿੰਦੇ ਹਨ, ਸਾਨੂੰ ਪਰਖਦੇ ਹੀ ਹਨ। ਇਹਨਾਂ ਕਿਹੜਾ ਅਜੇ ਹੁਣੇ ਚੜ੍ਹਾਈ ਕਰ ਜਾਣਾ ਹੈ? ਸੱਚ ਨਹੀਂ ਮੰਨਿਆ। ਪਰ ਗੁਰੂ ਸਾਹਿਬ ਅੱਜ ਤੋਂ ਕੁਝ ਦਿਨ ਪਹਿਲਾਂ ਹੀ ਚੜ੍ਹਾਈ ਕਰ ਗਏ। ਫਿਰ ਸਾਹਿਬਜ਼ਾਦੇ ਆ ਕੇ ਰੋਣ ਲੱਗ ਪਏ ਕਿ ਮਹਾਰਾਜ ਥੋੜ੍ਹਾ ਕੁ ਚਿਰ ਸਾਨੂੰ ਹੋਰ ਦਰਸ਼ਨ ਦੇਣ ਅਤੇ ਅਸੀਂ ਬਚਨ ਕਰ ਲਈਏ। ਮਾਤਾ ਸੁਲੱਖਣੀ ਵੀ ਵਿਰਾਗ ਵਿੱਚ ਆਈ। ਜਦ ਉਹਨਾਂ ਆਖਿਆ ਵੀ ਰੱਬ ਦੇ ਵਾਸਤੇ ਗੁਰੂ ਸਾਹਿਬ ਉੱਠ ਕੇ ਬੈਠ ਜਾਣ, ਮਹਾਰਾਜ ਸੱਚਮੁੱਚ ਹੀ ਉੱਠ ਕੇ ਬਹਿ ਗਏ। ਕਹਿੰਦੇ ਹਾਂ ਦੱਸੋ ਕੀ ਗੱਲ? ਕਿਉਂਕਿ ਮੌਜ ਦੇ ਮਾਲਕ ਰੱਬ ਨੂੰ ਕੀ ਮੌਤ ਨਾਲ? ਉਹ ਤਾਂ ਮਰਜ਼ੀ ਨਾਲ ਆਏ ਨੇ, ਮਰਜ਼ੀ ਨਾਲ ਜਾਣਾ ਹੈ, ਪਰ ਸੰਸਾਰ ਦੀ ਮਰਜ਼ਾਦਾ ਨੂੰ ਤੋੜਿਆ ਨਹੀਂ। ਮਰਜ਼ਾਦਾ ਮੁਤਾਬਕ ਆਏ ਨੇ। ਮਾਤਾ ਤ੍ਰਿਪਤਾ ਨੂੰ ਚੁਣਿਆ ਹੈ, ਪਿਤਾ ਬਾਬੇ ਕਾਲੂ ਦਾ ਘਰ ਚੁਣਿਆ ਹੈ ਅਤੇ ਮਰਜ਼ਾਦਾ ਨਾਲ ਹੀ ਗਏ ਨੇ। ਫਿਰ ਸਾਹਿਬਜ਼ਾਦਿਆਂ ਨੇ ਸਵਾਲ ਜਵਾਬ ਕੀਤੇ। ਮਾਤਾ ਸੁਲੱਖਣੀ ਨੇ ਬੇਨਤੀਆਂ ਕੀਤੀਆਂ। ਗੁਰੂ ਸਾਹਿਬ ਨੇ ਉਹਨਾਂ ਨੂੰ ਬਖਸ਼ਿਸ਼ਾਂ ਕੀਤੀਆਂ, ਹੌਸਲਾ ਦਿੱਤਾ। ਆਖਿਆ ਕਿ ਪ੍ਰਭੂ 'ਤੇ ਭਰੋਸਾ ਰੱਖੋ। ਗੁਰੂ ਘਰ ਦੇ ਕੂਕਰਾਂ 'ਚ ਵੀ ਤਾਕਤਾਂ ਹੁੰਦੀਆਂ ਨੇ। ਤੁਹਾਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹੇਗਾ। ਸੰਗਤਾਂ ਤੁਹਾਨੂੰ ਮੰਨਣਗੀਆਂ, ਪੂਜਣਗੀਆਂ, ਤੁਹਾਡੇ ਘਰ ਸਭ ਕੁਝ ਹੋਵੇਗਾ। ਇਹ ਮਹਾਰਾਜ ਨੇ ਬਖਸ਼ਿਸ਼ਾਂ ਭਰੇ ਵਰ ਦਿੱਤੇ। ਆਖਿਆ ਵੀ ਹੁਣ ਸਾਡਾ ਸਮਾਂ ਪੂਰਾ ਹੋ ਗਿਆ। ਤੁਸੀਂ ਜਿੰਨਾ ਟਾਈਮ ਮੰਗਿਆ ਸੀ ਓਨਾ ਸਮਾਪਤ ਹੋ ਗਿਆ ਹੈ। ਜੇ ਤੁਸੀਂ ਰੱਬ ਦਾ ਵਾਸਤਾ ਪਾ ਕੇ 1 ਸਾਲ ਵੀ ਮੰਗਦੇ ਤਾਂ ਮੈਂ 1 ਸਾਲ ਵੀ ਰਹਿਣ ਨੂੰ ਤਿਆਰ ਸੀਗਾ, ਪਰ ਤੁਸੀਂ ਮੰਗੀ ਆ 2-4 ਦਿਨ। ਫਿਰ ਮਹਾਰਾਜ ਅੱਜ ਦੇ ਦਿਨ, ਦਸਵੀਂ ਵਾਲੇ ਦਿਨ, ਸੁਦੀ ਦਸਵੀਂ ਨਹੀਂ ਵਧੀ ਦਸਵੀਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ। 17 ਤਰੀਕ ਦੀ ਮੱਸਿਆ ਹੈ। ਉਸ ਹਿਸਾਬ ਦੇ ਨਾਲ ਅੱਜ ਦਸਵੀਂ ਦਾ ਪਵਿੱਤਰ ਦਿਹਾੜਾ
12 ਸਤੰਬਰ ਸ਼ਨੀਚਰਵਾਰ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਭ ਸੰਗਤਾਂ ਜੋਤੀ ਜੋਤ ਸਮਾਉਣ ਪੁਰਬ ਮਨਾ ਰਹੀਆਂ ਨੇ। ਮੈਂ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ ਆਇਆ। ਉੱਥੇ ਜਿਹੜੇ ਹਿੰਦੂ ਸੀਗੇ ਉਹਨਾਂ ਨੇ ਮੁਸਲਮਾਨਾਂ ਨਾਲ ਝਗੜਨਾ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਵੀ ਗੁਰੂ ਸਾਹਿਬ ਸਾਡੇ ਵਿੱਚ ਪ੍ਰਗਟ ਹੋਏ ਨੇ, ਅਸੀਂ ਸੰਸਕਾਰ ਕਰਾਂਗੇ। ਮੁਸਲਮਾਨ ਕਹਿੰਦੇ ਨਹੀਂ, ਉਹ ਸਾਡੇ ਵੀ ਪੀਰ ਸਨ, ਅਸੀਂ ਉਹਨਾਂ ਨੂੰ ਦਫਨਾਵਾਂਗੇ। ਇਉਂ ਆਪਸ ਵਿੱਚ ਲੜਾਈ ਸ਼ੁਰੂ ਹੋ ਗਈ। ਜਦ ਗੱਲ ਝਗੜਾ ਵੱਧ ਗਿਆ ਤਾਂ ਗੁਰਸਿੱਖ ਆਏ, ਕਹਿੰਦੇ ਭਾਈ ਤੁਸੀਂ ਗੁਰੂ ਸਾਹਿਬ ਦਾ ਹੁਕਮ ਤਾਂ ਲੈ ਲਓ ਵੀ ਮਹਾਰਾਜ ਦਾ ਹੁਕਮ ਕੀ ਹੈ, ਤੁਸੀਂ ਆਪਸ ਵਿੱਚ ਹੀ ਲੜ ਰਹੇ ਹੋ। ਆਓ ਆਪਾਂ ਮਹਾਰਾਜ ਕੋਲੋਂ ਪੁੱਛਦੇ ਹਾਂ। ਜਿੱਥੇ ਗੁਰੂ ਸਾਹਿਬ ਜੀ ਨੇ ਚਾਦਰਾ ਲੈ ਕੇ ਸਾਧ ਸੰਗਤ ਜੀ ਉਹ ਲੇਟਣਾ ਕੀਤਾ ਸੀ, ਉੱਥੇ ਚਾਦਰ ਨੂੰ ਜਦ ਆ ਕੇ ਚੁੱਕਿਆ ਤਾਂ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੱਥੇ ਮਹਾਰਾਜ ਦਾ ਪਾਵਨ ਸੀਸ ਸੀਗਾ, ਸਰਾਣਾ ਸੀ, ਉੱਥੇ ਕੁਝ ਫੁੱਲ ਪਏ ਵੇਖੇ। ਆ ਗੁਲਾਬ ਦੇ ਫੁੱਲ, ਆ ਜਿਹੜੇ ਗੇਂਦੇ ਦੇ ਫੁੱਲ, ਆ ਬੂਟਿਆਂ ਦੇ ਫੁੱਲ ਜਿਹੜੇ ਹੁੰਦੇ ਨੇ, ਆਪਾਂ ਹੱਡੀਆਂ ਨੂੰ ਵੀ ਫੁੱਲ ਕਹਿੰਦੇ ਹਾਂ। ਉਹ ਦੂਸਰੇ ਫੁੱਲ ਜਿਹੜੇ ਹੁੰਦੇ ਨੇ ਨੈਚੁਰਲੀ ਕੁਦਰਤੀ ਫੁੱਲ, ਉਹ ਫੁੱਲ ਪਏ ਹੋਏ ਵੇਖੇ। ਕੁਝ ਵੀ ਨਹੀਂ ਸੀਗਾ, ਇਕੱਲੀ ਚਾਦਰ ਹੀ ਸੀਗੀ ਜਿਹੜੀ ਉੱਪਰ ਲਈ ਹੋਈ, ਥੱਲਿਓਂ ਕੁਛ ਵੀ ਨਹੀਂ ਨਿਕਲਿਆ। ਕਿਉਂਕਿ ਮਹਾਰਾਜ ਤਾਂ ਜੋਤੀ ਸਰੂਪ ਸਨ। ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ। ਗੁਰਸਿੱਖ ਕਹਿਣ ਲੱਗੇ ਵੇਖੋ ਗੁਰੂ ਸਾਹਿਬ ਨੇ ਆਪ ਹੀ ਲੜਾਈ ਖਤਮ ਕਰ ਦਿੱਤੀ ਆ। ਸਰੀਰ ਤਾਂ ਛੱਡਿਆ ਹੀ ਨਹੀਂ ਮਹਾਰਾਜ ਨੇ, ਸਰੀਰ ਤਾਂ ਹੈ ਹੀ ਨਹੀਂ ਸਨ। ਤੁਸੀਂ ਸਰੀਰ ਪਿੱਛੇ ਲੜ ਰਹੇ ਹੋ। ਗੁਰੂ ਸਾਹਿਬ ਤਾਂ ਜੋਤੀ ਰੂਪ ਹਨ ਅਤੇ ਜੋਤ ਹਮੇਸ਼ਾ ਹੀ ਜਿਉਂਦੀ ਹੈ। ਫਿਰ ਵੀ ਉਹਨਾਂ ਨੇ ਆਪਣੀ ਭਾਵਨਾ ਪੂਰੀ ਕਰਨ ਵਾਸਤੇ ਅੱਧੀ ਅੱਧੀ ਚਾਦਰ ਫਾੜ ਲਈ। ਗੁਰਦੁਆਰੇ ਦੇ ਬਾਹਰਲੇ ਪਾਸੇ ਸਾਧ ਸੰਗਤ ਜੀ ਉਹ ਸਮਾਧੀ ਬਣੀ ਹੋਈ ਹੈ। ਉਹ ਮੁਸਲਮਾਨਾਂ ਨੇ ਮਹਾਰਾਜ ਦੀ ਯਾਦ ਦੇ ਵਿੱਚ ਜਿਸ ਤਰ੍ਹਾਂ ਕਿਸੇ ਪੀਰ ਦੀ ਸਮਾਧੀ ਬਣਾਈ ਦੀ ਹੈ, ਉਸੇ ਤਰ੍ਹਾਂ ਹੀ ਉੱਤੇ ਹਰੀ ਜੀ ਚਾਦਰ ਪਾਈ ਹੋਈ ਹੈ। ਲਾਗੇ ਇੱਕ ਖੂਹ ਹੈ ਗੁਰਦੁਆਰੇ ਦੇ ਬਾਹਰਲੇ ਪਾਸੇ, ਬਿਲਕੁਲ ਗੇਟ ਦੇ ਨਾਲ ਹੀ ਵੱਢਦਿਆਂ ਸੱਜੇ ਹੱਥ। ਮੈਂ ਦਰਸ਼ਨ ਕਰਕੇ ਆਇਆ। ਕਹਿੰਦੇ ਮੁਸਲਮਾਨਾਂ ਨੇ ਮਹਾਰਾਜ ਦੀ ਯਾਦ ਬਣਾਈ ਹੈ। ਤਾਈਓਂ ਤਾਂ ਸਾਹਿਬਾਂ ਨੂੰ ਆਖਿਆ ਜਾਂਦਾ ਜਾਹਰ ਪੀਰ ਜਗਤ ਗੁਰ ਬਾਬਾ। ਮੁਸਲਮਾਨ ਅੱਜ ਵੀ ਮੰਨਦੇ ਨੇ। ਇੱਕ ਬਾਕੂ ਰਾਜਧਾਨੀ ਸ਼ਹਿਰ ਹੈ ਅਰਜਨਬਾਈਟਾ ਇਹਨਾਂ ਦੀ ਦੇਸ਼ ਦੀ, ਉੱਥੇ ਵੀ ਮਹਾਰਾਜ ਦੀ ਯਾਦ ਵਿੱਚ ਉਹਨਾਂ ਮੁਸਲਮਾਨਾਂ ਨੇ ਗੁਰੂ ਸਾਹਿਬ ਦਾ ਮਕਬਰਾ ਬਣਾਇਆ ਹੋਇਆ ਹੈ। ਅਜੇ ਵੀ ਉਹ ਮਹਾਰਾਜ ਨੂੰ ਆਪ ਦਾ ਪੀਰ ਮੰਨਦੇ ਨੇ। ਅਤੇ ਗੁਰਦੁਆਰੇ ਦੇ ਅੰਦਰਲੇ ਪਾਸੇ ਥੜਾ ਸਾਹਿਬ ਬਣਿਆ ਹੋਇਆ, ਜਿੱਥੇ ਕਿ ਚਾਦਰ ਦਾ ਸੰਸਕਾਰ ਕੀਤਾ ਗਿਆ ਸੀਗਾ। ਉੱਥੇ ਥੜਾ ਸਾਹਿਬ ਬਣਿਆ ਹੋਇਆ, ਪ੍ਰਕਾਸ਼ ਉੱਪਰਲੀ ਮੰਜ਼ਲ 'ਤੇ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਯਾਦਗਾਰ ਹੇਠਾਂ ਹੈ, ਹੇਠਾਂ ਕੇਵਲ ਥੜਾ ਹੈ। ਇੰਝ ਸੋ ਕਰਤਾਰਪੁਰ ਸਾਹਿਬ ਨੂੰ ਮਹਾਰਾਜ ਨੇ ਅੰਤਲੇ ਦਿਨਾਂ ਦੇ ਵਿੱਚ ਭਾਗ ਲਾਏ ਅਤੇ ਜੋਤੀ ਜੋਤ ਸਮਾਏ। ਅਤੇ ਬਾਕੀ ਜਦ ਦੇਸ਼ ਦੀ ਵੰਡ ਹੋਈ ਹੈ ਤਾਂ ਫਿਰ ਉਹ ਵਿੱਚ ਰਾਵੀ ਦਰਿਆ ਤੋਂ ਵੰਡ ਹੋਈ। ਇੱਧਰਲੇ ਪਾਸੇ ਡੇਰਾ ਬਾਬਾ ਨਾਨਕ ਰਹਿ ਗਿਆ ਅਤੇ ਉੱਧਰਲੇ ਪਾਸੇ ਕਰਤਾਰਪੁਰ ਸਾਹਿਬ ਰਹਿ ਗਿਆ। ਬਾਬਾ ਸ੍ਰੀ ਚੰਦ ਜੀ ਮਹਾਂਪੁਰਖ ਅਤੇ ਬਾਬਾ ਲਖਮੀ ਦਾਸ ਜੀ, ਜਿੱਥੇ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਹੈ, ਉਸ ਸਥਾਨ 'ਤੇ ਉਹਨਾਂ ਨੇ ਆਪਣਾ ਆਸਣ ਲਾਇਆ। ਦਿੱਲੀ ਤੋਂ ਸੰਗਤਾਂ ਜਾਂਦੀਆਂ ਨੇ, ਉੱਥੇ ਮਹਾਰਾਜ ਦਾ ਚੋਲਾ ਸਾਹਿਬ ਹੈ, ਹੋਰ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੇ, ਸੰਗਤਾਂ ਦਰਸ਼ਨ ਕਰਦੀਆਂ ਹਨ। ਸੋ ਐਸੇ ਮਹਾਰਾਜ ਦੇ ਕੌਤਕ ਹਨ ਜਿਨ੍ਹਾਂ ਨੇ ਸਰੀਰ ਦੇ ਵਿੱਚ 69-70 ਸਾਲ ਦੇ ਕਰੀਬ ਰਹਿ ਕੇ ਜਗਤ ਨੂੰ ਉਤਾਰਿਆ, ਸਰਬੱਤ ਦਾ ਭਲਾ ਕੀਤਾ। ਜਿੱਥੇ ਵੀ ਜਾਂਦੇ ਇਹੀ ਉਪਦੇਸ਼ ਦਿੰਦੇ ਪਿੰਡ ਵਾਲਿਆਂ ਨੂੰ ਕਿ ਇਹ ਪਿੰਡ ਵਾਲਿਓ ਇੱਕ ਧਰਮਸ਼ਾਲਾ ਬਣਾਓ, ਜਿੱਥੇ ਆਏ ਗਏ ਰਾਹੀਆਂ ਨੂੰ ਪਾਣੀ ਮਿਲੇ, ਰੋਟੀ ਮਿਲੇ ਅਤੇ ਰਾਤ ਦਾ ਨਿਵਾਸ ਮਿਲੇ। ਕੋਈ ਵੀ ਆਉਂਦਾ ਹੈ ਉਹਦੀ ਰਿਸਪੈਕਟ ਕਰੋ। ਇਉਂ ਸਵੇਰ ਸ਼ਾਮ
ਧਰਮਸ਼ਾਲਾ ਦੇ ਵਿੱਚ ਸਤਸੰਗਤ ਕਰੋ, ਗੁਰਬਾਣੀ ਦੇ ਸ਼ਬਦ ਮਹਾਰਾਜ ਬਖਸ਼ਦੇ, ਆਖਦੇ ਵੀ ਕੀਰਤਨ ਕਰੋ, ਗੁਰਮਤਿ ਵਿਚਾਰ ਕਰੋ। ਇਉਂ ਮਹਾਰਾਜ ਨੇ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ, ਕਰੋ ਘਰ ਧਰਮਸ਼ਾਲਾ ਬਣਾ ਦਿੱਤੀ, ਸਤਸੰਗਤ ਦੀ ਮਰਿਆਦਾ ਸ਼ੁਰੂ ਕੀਤੀ। ਐਸੀ ਮਹਾਰਾਜ ਦੀ ਬਖਸ਼ਿਸ਼ ਹੋਈ, ਵਿੱਚ ਸੰਗਤ ਹਰ ਪੁਰਬ ਵਸਿਆ ਜੀਓ। ਆਓ ਹੁਣ ਲੜੀਵਾਰ ਕਥਾ ਦੇ ਵਿੱਚ ਮਨ ਜੋੜੋ। ਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਹੋਵੇ। ਸੱਚੇ ਪਾਤਸ਼ਾਹ ਦਾ ਧਿਆਨ ਧਰ ਕੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਕਿਰੇ ਮਾਨ ਜੋ ਕਰਨ ਕਰਾਹੀ। ਕਰਮਾਂ ਦੀ ਕਥਾ ਚੱਲ ਰਹੀ ਸੀ ਕੱਲ ਕਿ ਜੋ ਕਿਰੇ ਮਾਨ ਕਰਮ ਹਨ ਰੋਜ਼ ਕੀਤੇ ਜਾ ਰਹੇ ਨੇ। ਗਿਆਨੀ ਕੇ ਉਪਜਤ ਸੋ ਨਾਹੀ। ਉਹ ਬ੍ਰਹਮ ਗਿਆਨੀ ਦੇ ਪ੍ਰਗਟ ਨਹੀਂ ਹੁੰਦੇ ਹਨ। ਭਾਵ ਜਿਵੇਂ ਅਸੀਂ ਹੰਗਤਾ ਦੇ ਨਾਲ ਕਰਮ ਕਰਦੇ ਹਾਂ, ਅਤੇ ਜਿਹੜਾ ਬ੍ਰਹਮ ਗਿਆਨੀ ਹੈ ਉਹ ਕਰਮ ਕਰਦਾ ਤਾਂ ਸਹੀ ਹੈ, ਪਰ ਉਹਦੇ ਵਿੱਚ ਉਹਦੀ ਹੰਗਤਾ ਨਹੀਂ ਹੁੰਦੀ ਹੈ। ਭਗਤਾਂ ਦੀ ਬਾਣੀ ਵਿੱਚ ਲਿਖਿਆ, ਗਿਆਨ ਕਾਰਨ ਕਰਮ ਅਭਿਆਸ, ਗਿਆਨ ਭਇਆ ਤੈ ਕਰਮੈ ਨਾਸ। ਗਿਆਨ ਦੀ ਪ੍ਰਾਪਤੀ ਵਾਸਤੇ ਕਰਮ ਕੀਤੇ ਜਾਂਦੇ ਨੇ। ਇੱਕ ਸਕਾਮ ਕਰਮ ਹੁੰਦੇ ਨੇ, ਇੱਕ ਨਿਸ਼ਕਾਮ ਕਰਮ ਹੁੰਦੇ ਨੇ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੋ ਜਦ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏ ਫਿਰ ਕਰਮ ਨਾਸ਼ ਹੋ ਜਾਂਦੇ ਨੇ। ਸੰਸਾਰ ਦੇ ਵਿੱਚ ਜਿਹੜਾ ਵੀ ਆਇਆ ਹੈ ਸੋ ਤਾਂ ਕਰਮ ਕਰਦਾ ਹੀ ਕਰਦਾ ਹੈ। ਬਿਨਾਂ ਕਰਮਾਂ ਤੋਂ ਤਾਂ ਜੀਵ ਰਹਿ ਨਹੀਂ ਸਕਦਾ, ਕੁਛ ਨਾ ਕੁਛ ਤਾਂ ਕਰੇਗਾ। ਜਿਹੜੇ ਬ੍ਰਹਮ ਗਿਆਨੀ ਨੇ ਉਹ ਭਾਵੇਂ ਕੁਝ ਵੀ ਨਾ ਕਰਨ, ਪਰਉਪਕਾਰ ਤਾਂ ਕਰਨਗੇ, ਉਹ ਵੀ ਤਾਂ ਕਰਮ ਹੋ ਗਿਆ। ਬਾਣੀ ਵੀ ਤਾਂ ਪੜ੍ਹਨਗੇ, ਭਾਵੇਂ ਚੰਗਾ ਹੀ ਕਰਮ ਹੈ, ਉਹ ਵੀ ਤਾਂ ਕਰਮ ਹੈ। ਕਹਿੰਦੇ ਕਰਮ ਨਾਸ਼ ਹੋ ਜਾਂਦੇ ਨੇ। ਇਹਦੀ ਕਥਾ ਇਹ ਹੈ ਕਿ ਕਰਮ ਨਾਸ਼ ਨਹੀਂ ਹੁੰਦੇ, ਕਰਮਾਂ ਦੇ ਵਿੱਚ ਹੰਗਤਾ ਨਾਸ਼ ਹੋ ਜਾਂਦੀ ਹੈ। ਆਪਾਂ ਜੋ ਵੀ ਕਰਮ ਕਰਦੇ ਹਾਂ ਹੰਗਤਾ ਬੁੱਧੀ ਸਹਿਤ ਕਰਦੇ ਹਾਂ। ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੁਆ, ਹਉ ਵਿੱਚ ਦਿੱਤਾ ਹਉ ਵਿੱਚ ਲਿਆ, ਹਉ ਵਿੱਚ ਖੱਟਿਆ ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ। ਅਤੇ ਹਉ ਵਿੱਚ ਹੱਸੈ ਹਉ ਵਿੱਚ ਰੋਵੈ, ਹਉ ਵਿੱਚ ਭਰੀਐ ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਮਾਇਆ ਹਉ ਵਿੱਚ ਛਾਇਆ, ਹਉ ਮੈਂ ਕਰ ਕਰ ਜਨ ਦਿਉ ਪਾਇਆ, ਹਉ ਮੈਂ ਬੁਝੇ ਤਾਂ ਅੰਦਰ ਸੂਝੇ। ਜੇ ਹੰਗਤਾ ਨੂੰ ਸਮਝ ਲਏ ਤਾਂ ਹੀ ਮਹਾਰਾਜ ਦੇ ਦਰਬਾਰ ਦੀ ਸਮਝ ਆਉਂਦੀ ਹੈ, ਨਹੀਂ ਤਾਂ ਹੰਗਤਾ ਇੱਕ ਵਿਘਨ ਹੈ। ਹਰ ਜੀਉ ਅਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ। ਵਿੱਚ ਹਉਮੈ ਭੀਤ ਕਰਾਰੀ, ਜੋ ਰੱਬ ਨੂੰ ਸਮਝਣ ਨਹੀਂ ਦਿੰਦੀ ਹੈ। ਤੋ ਅਸੀਂ ਜੋ ਵੀ ਕਰਮ ਕਰਦੇ ਹਾਂ ਚੰਗਾ ਜਾਂ ਮਾੜਾ, ਕੱਲ ਕਥਾ ਆਈ ਸੀ, ਇੱਕ ਕਿਰੇਮਾਨ ਕਰਮ ਹੈ, ਇੱਕ ਸੰਚਿਤ ਕਰਮ ਹੈ, ਇੱਕ ਪ੍ਰਾਰਬਧ ਕਰਮ ਹੈ। ਕਿਰੇਮਾਨ ਜਿਵੇਂ ਕੋਈ ਕੰਮ ਕਰ ਰਿਹਾ ਹੈ ਅਤੇ ਸੰਚਿਤ ਉਹਦੇ ਕੰਮ ਦੀ ਤਨਖਾਹ ਉਹਦੇ ਖਾਤੇ ਵਿੱਚ ਜਮ੍ਹਾਂ ਹੋ ਗਈ ਹੈ। 1 ਮਹੀਨਾ ਉਹਨੇ ਕੰਮ ਕੀਤਾ ਅਤੇ ਮਹੀਨੇ ਬਾਅਦ ਉਹਨੂੰ ਤਨਖਾਹ ਬਾਈ ਹੈਂਡ ਮਿਲੀ, ਕੈਸ਼ ਮਿਲੀ ਜਾਂ ਸਿੱਧੀ ਅਕਾਊਂਟ 'ਚ ਚਲੀ ਗਈ। ਉਹ ਸੰਚਿਤ ਇਕੱਤਰ ਹੋ ਗਈ, ਇਕੱਠੀ ਹੋ ਗਈ, ਅਤੇ ਮੁੜ ਕੇ ਜਦ ਲੋੜ ਪਈ ਉਹਨੂੰ ਆਪਾਂ ਕਢਾ ਕੇ ਵਰਤ ਲਿਆ, ਸਮਝ ਲਓ ਪ੍ਰਾਰਬਧ ਬਣ ਗਈ। ਇਉਂ ਕਿਰੇਮਾਨ ਜੋ ਕਰਦੇ ਹਾਂ, ਸੰਚਿਤ ਜੋ ਸਾਡਾ ਇਕੱਠਾ ਹੋ ਜਾਂਦਾ, ਅਤੇ ਪ੍ਰਾਰਬਧ ਜੋ ਆਪਾਂ ਭੋਗਦੇ ਹਾਂ। ਜੇ ਜੱਟ ਨੇ ਜ਼ਮੀਨ ਦੇ ਵਿੱਚ ਕਿੱਕਰਾਂ ਬੀਜੀਆਂ ਅਤੇ ਉਹ ਕੰਡੇ ਭੋਗੇਗਾ, ਅੰਗੂਰ ਬੀਜੇ ਨੇ ਅਤੇ ਅੰਗੂਰ ਭੋਗੇਗਾ। ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਢੈ ਉਨ ਕਤਾਈਂਦਾ, ਪੈਦਾ ਲੋੜੈ ਪੱਟ। ਇਹ ਬਾਬਾ ਫਰੀਦ ਸਾਹਿਬ ਨੇ ਦ੍ਰਿਸ਼ਟਾਂਤ ਦਿੱਤਾ ਹੈ। ਮਤਲਬ ਜੋ ਕਰੇਗਾ ਸੋ ਭੋਗੇਗਾ। ਭੋਗਣ ਵਾਲੀ ਨੂੰ ਪ੍ਰਾਰਬਧ ਕਹਿੰਦੇ ਨੇ। ਕੱਲ ਆਇਆ ਸੀ ਕਿ ਜਿਹੜੀ ਪ੍ਰਾਰਬਧ ਹੈ ਉਹਦੀਆਂ 3 ਕਿਸਮਾਂ ਹੋ ਜਾਂਦੀਆਂ, ਇੱਕ ਜਾਤ ਹੈ, ਇੱਕ ਆਰਬਲਾ ਹੈ, ਇੱਕ ਭੋਗ ਹੈ।
तो ਜਿਹੜੇ ਬ੍ਰਹਮ ਗਿਆਨੀ ਹਨ ਕਿਰੇ ਮਨ ਕਰਮ ਤੋਂ ਕਰਦੇ ਹੀ ਨਹੀਂ, ਮਤਲਬ ਕਿ ਕਰਦੇ ਤਾਂ ਹਨ ਪਰ ਉਹਨਾਂ 'ਚ ਹੰਗਤਾ ਨਹੀਂ ਕਰਦੇ। ਜਿਵੇਂ ਛੋਟਾ ਬੱਚਾ ਰੇਤ ਦੇ ਵਿੱਚ ਪੈਰ ਦੇ ਕੇ ਰੇਤ ਦਾ ਘਰ ਬਣਾ ਲੈਂਦਾ, ਮੁੜ ਕੇ ਮਾਰ ਕੇ ਪੈਰ ਫਿਰ ਢਾ ਦਿੰਦਾ। ਜਿਵੇਂ ਬੱਚੇ ਦੀ ਖੇਡ ਹੈ, ਕਦੀ ਘਰ ਬਣਾਉਂਦਾ ਕਦੀ ਢਾਉਂਦਾ ਹੈ, ਅਤੇ ਉਹਦੇ ਵਿੱਚ ਉਹਦੀ ਹੰਗਤਾ ਨਹੀਂ ਹੁੰਦੀ ਹੈ, ਉਹਦੀ ਆਪਣੱਤ ਨਹੀਂ ਹੁੰਦੀ ਹੈ। ਇਸੇ ਪ੍ਰਕਾਰ ਜਿਹੜੇ ਬ੍ਰਹਮ ਗਿਆਨੀ ਨੇ ਉਹ ਬੱਚਿਆਂ ਵਾਂਗ ਕਰਮ ਕਰਦੇ। ਚਿਤ ਜਾਨ। ਜਿਹੜਾ ਬ੍ਰਹਮ ਗਿਆਨੀ ਹੈ, ਆਪਾਂ ਬੇਨਤੀ ਕਰ ਰਹੇ ਸੀ ਕਿ ਉਹ ਕਿਰੇ ਮਾਨ ਦੇ ਵਿੱਚ ਹੰਗਤਾ ਨਹੀਂ ਕਰਦਾ। ਜਦ ਉਹਨੇ ਹੰਕਾਰ ਦੇ ਨਾਲ ਕੁਝ ਕੀਤਾ ਹੀ ਨਹੀਂ ਤਾਂ ਉਹਦਾ ਜਮਾ ਕੀ ਹੋਊਗਾ? ਜਮਾ ਤਾਂ ਉਹ ਹੋਊਗਾ ਜੋ ਹੰਕਾਰ ਦੇ ਨਾਲ ਕੀਤਾ ਹੈ। ਇੱਕ ਵਾਰ ਮਹਾਂਪੁਰਖਾਂ ਨੇ ਅਤੇ ਮੈਨੂੰ ਤਾੜਨਾ ਕੀਤੀ। ਬੱਚਿਆਂ ਦਾ ਸੁਭਾਅ ਹੁੰਦਾ, ਮੈਂ ਨਾਰਾਜ਼ਗੀ ਦੇ ਵਿੱਚ ਕਾਫੀ ਚਿਰ ਬਾਅਦ ਮੈਨੂੰ ਜਦ ਪੁੱਛਿਆ ਗੁਰਮੁਖ ਵੈਰ ਵਿਰੋਧ ਗਵਾਵੈ, ਗੁਰਮੁਖ ਵੈਰ ਵਿਰੋਧ ਗਵਾਵੈ। ਅਸੀਂ ਕਿਸੇ 'ਤੇ ਨਾਰਾਜ਼ ਹੋ ਜਾਈਏ, ਉਹਦੇ ਨਾਲ ਵੈਰ ਪਾ ਲੈਂਦੇ ਹਾਂ, ਫਿਰ ਮਿੰਟ ਮਿੰਟ ਦੇ ਵਿਰੋਧ ਕਰਾਂਗੇ। ਪਰ ਜਿਹੜਾ ਗੁਰਮੁਖ ਹੁੰਦਾ ਹੈ ਉਹ ਵੈਰ ਵੀ ਨਹੀਂ ਕਰਦਾ, ਵਿਰੋਧ ਵੀ ਨਹੀਂ ਕਰਦਾ। ਗੁਰਮੁਖ ਸਗਲੀ ਗਣਤ ਮਿਟਾਵੈ, ਉਹ ਸਾਰੀਆਂ ਗਿਣਤੀਆਂ ਮਿਣਤੀਆਂ ਭੁਲਾ ਦਿੰਦਾ। ਜੇ ਇੱਕਦਮ ਬੋਲ ਲਿਆ ਵੀ ਗਿਆ ਅਤੇ ਦੂਜੇ ਮਿੰਟ 'ਚ ਚੇਤਾ ਨਹੀਂ ਰੱਖਣਾ, ਮਤਲਬ ਇੱਕ ਮਨ ਦੇ ਵਿੱਚ ਰਿੱਝੀ ਜਾਣਾ, ਗੁੱਸੇ ਹੋਈ ਜਾਣਾ। ਇੱਕ ਹੁੰਦਾ ਗੁੱਸੇ ਵਿੱਚ ਬੋਲ ਦੇਣਾ। ਬੋਲਣ ਵਾਲਾ ਬੰਦਾ ਮਾੜਾ ਨਹੀਂ ਗਿਣਿਆ ਗਿਆ, ਉਹਨੂੰ ਬੜਬੋਲਾ ਤਾਂ ਕਹਾਂਗੇ ਪਰ ਉਹਦੇ ਦਿਲ ਦੇ ਵਿੱਚ ਕੁਛ ਨਹੀਂ ਹੁੰਦਾ। ਅਤੇ ਜਿਹੜਾ ਮਨ ਦੇ ਵਿੱਚ ਰਿੱਝਦਾ ਹੈ ਅਤੇ ਬੋਲਦਾ ਨਹੀਂ ਹੈ, ਉਹਦੀ ਬਾਬਤ ਫਰੀਦ ਸਾਹਿਬ ਨੇ ਆਖਿਆ ਵੀ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਅਸੀਂ ਗੁੱਸੇ ਨੂੰ ਹੰਡਾਉਂਦੇ ਹਾਂ, ਗੁੱਸੇ ਨੂੰ ਕੱਢਦੇ ਨਹੀਂ ਹਾਂ। ਉਹ ਬੋਲ ਕੇ ਇੱਕਦਮ ਨਿਕਲ ਗਿਆ ਸੋ ਭੁੱਲ ਜਾਣਾ ਚਾਹੀਦਾ। ਆਪਾਂ ਰਿੱਝਦੇ ਰਹਿੰਦੇ ਹਾਂ, ਵਿੱਚ ਹੀ ਦੇ ਵਿੱਚ ਸੋਚੀ ਜਾਣਾ। ਫਰੀਦ ਸਾਹਿਬ ਕਹਿੰਦਾ ਵੀ ਹੋਇਆ ਕਿਤੇ ਗੁੱਸਾ ਹੋ ਗਿਆ, ਪਰ ਭੁੱਲ ਜਾਣਾ ਚਾਹੀਦਾ। ਜਿਸ ਤਰ੍ਹਾਂ ਕੱਪੜਾ ਹੰਢਾ ਕੇ ਅਤੇ ਪਾਟਣ ਤੋਂ ਬਾਅਦ ਵੀ ਨਹੀਂ ਲਾਹੀਦਾ। ਜੇ ਕੋਈ ਪੁੱਛੇ ਵੀ ਹੁਣ ਤਾਂ ਪਾਟ ਗਿਆ, ਹੁਣ ਦੇ ਲਾ ਦਿਓ, ਕਹਿੰਦਾ ਇਹਦੇ ਨਾਲ ਮੇਰਾ ਪ੍ਰੇਮ ਬੜਾ। ਤੋ ਜਿਸ ਤਰ੍ਹਾਂ ਕੱਪੜੇ ਨੂੰ ਹੰਢਾ ਲਈਦਾ, ਅਤੇ ਇਸੇ ਪ੍ਰਕਾਰ ਲੋਕ ਗੁੱਸੇ ਨੂੰ ਹੰਡਾਉਂਦੇ ਨੇ। ਮਹਾਰਾਜ ਫਰੀਦ ਜੀ ਕਹਿੰਦੇ ਭਾਈ ਗੁੱਸੇ ਨੂੰ ਹੰਡਾਓ ਨਾ, ਮਨ ਦੇ ਵਿੱਚ ਕੋਈ ਗੱਲ ਕਿਸੇ ਪ੍ਰਤੀ ਵੈਰ ਵਿਰੋਧ ਵਾਲੀ ਨਾ ਰੱਖੋ। ਜਿਹੜਾ ਬ੍ਰਹਮ ਗਿਆਨੀ ਹੈ ਉਹ ਪਰਉਪਕਾਰ ਹਿਤ ਸਰਬੱਤ ਦੇ ਭਲੇ ਵਿੱਚ ਬੋਲ ਤਾਂ ਸਕਦਾ, ਅਤੇ ਪਰ ਉਹਦੇ ਮਨ ਦੇ ਵਿੱਚ ਕੁਝ ਨਹੀਂ ਹੁੰਦਾ ਹੈ। ਉਹ ਹੰਡਾਉਂਦਾ ਨਹੀਂ ਹੈ, ਉਹ ਹੰਗਤਾ ਨਹੀਂ ਕਰਦਾ, ਉਹ ਤਾਂ ਭੁੱਲ ਜਾਂਦਾ ਹੈ। ਜੇ ਪੁੱਛੋ ਤਾਂ ਉਹਨਾਂ ਨੂੰ ਯਾਦ ਨਹੀਂ ਹੁੰਦਾ।
तो असी सारियां गल्लां याद रखते हैं। जिस वक्त समझौता हुंदा है उदों यही गल बार बार कही जाती है कि पिछलियां गल्लां भुला दिओ तो उन्हां ते पर्दा पा के हुण अगे बारे सोचो कि अगे तरक्की किवें होएगी। जदों आपां पिछलियां गल्लां भुलाउंदे आ तां ही समझौता पास होंदा है। जे पिछलियां नूं रिन्नी जाओ याद करी जाओ फिर कदी समझौता नहीं होंदा। साडा काम है भी माड़ी गल नूं याद रखदे आ, चंगी गल भुल जांदे आ। पर जिहड़े गुरमुख ने वो गुण ग्रहण करते हैं। सांझ करी जै गुणै केरी छोड़ अवगण चली है। माड़ियां गल्लां उन्हां नूं चेते नहीं रहिंदियां, भुल जांदियां ने। इस तरह जिहड़े ब्रह्म ज्ञानी ने वो कर्म करते हुए भी ब्रह्म ज्ञानी सदा निर्लेप जैसे जल में कमल अलेप। जिवें चिक्कड़ दे विच फुੱਲ जिहड़ा रहिंदा चिक्कड़ 'च ही है पर वो निर्लेप रहिंदा है। इंज ब्रह्म ज्ञानी पैसे दे विच भी रहिंदे ने, माया तेला दुनिया नालों ज़्यादा उन्हां दे कोल। बाल बच्चे गृहस्थ परिवार विच भी कई विचरदे ने, संगतां दे विच हज़ारां दी गिणती विच वो संगतां दे विच विचरदे, काम कार सेवा सिमरन करदे ने ते बोल चाल रहना बहना आम दुनिया वांग है। पर उन्हां दी हंगता नहीं हुंदी है, उन्हां दा हंकार निमिट जांदा। इस करके जिहदी हंगता नहीं वो ये संचित नहीं होंदे, कट्ठे नहीं होंदे। जिहड़े कट्ठे नहीं होए फिर उन्हां दी प्रारब्ध किवें बनूगी जद कट्ठे होए ही नहीं। किरे मान ते संचित सड़ जांदे, भाव हंगता सड़ जांदी, प्रारब्ध भो के खत्म कर दिंदे। प्रारब्ध ते होए किरमाना। हुण प्रारब्ध तो किरेमान कर्म जिवें हुंदे ने, भोजन रूप क्रिया जिमठाना। सो उन्हां दा प्रकार दसदे ने जिवें भोजन रूप क्रिया है, भोजन छकीदा है। प्रारब्ध को रूप सोए। ओ प्रारब्ध दा रूप समझो। भोजन करे पोषटता जोए। जो भोजन कीतियां ताकत मिलती है, मतलब लंगर दे विच बैठ के आपां रोटी खाधी है, रोटी खाना प्रशादा छकना तां किरेमान कर्म हो गया। उहदे तो बाद जिहड़ी पावर मिली है, ताकत मिली है, इम्यूनिटी मिली है, वो प्रारब्ध समझ लो। सो किरमान रूप पहचाना। उसनू किरमान दा रूप पहचान लवो जो प्रसादा छकना। यह सूरज सो पुष्ट न जाना। जेकर शरीर बीमार है तो भोजन कीतियां पुष्ट नहीं होंदा है, सगों निगरदा जांदा, कमज़ोर हुंदा है। जे अरोग सो पुष्ट बडेरी। जिहड़ा शरीर अरोग हुंदा है वही रिष्ट पुष्ट हुंदा है। इसी प्रकार जुगत लिहो हेरी। इस प्रकार जुगती समझ लो, भावें भाव जिवें रोटी खाना क्रिया, इनू समझो कि प्रारब्ध है। इस क्रिया तो शरीर पुष्ट हुंदा, यही पुष्टि वो प्रारब्ध क्रिया मान बन जाती है। वे क्रिया जुत तन अभिमान। जो क्रिया तन अभिमान सहित हुंदी है, सोए क्रिया है उपजनवान। वही क्रिया उगण वाली है, भाव फल देने वाली है। तन अभिमान न ज्ञानी तारा। ज्ञानी तन का अभिमान नहीं करता है। जाते नहीं बंद को कार। इस तरह कर्म उस ज्ञानी नूं बन्नदे नहीं हन। कर्म माल सब के घर पारी। बाकी सबना दे गल दे विच कर्मां दी माला पई हुई है। तन हंता त्यागे तिन हारी। जिसने तन दी हंगता त्याग दिती है उन्हें वो माला ला सुटी है। बिना त्याग के अनक कलेस। तन हंता त्यागण तो बगैर अनेकां कलेश आ पैंदे हन। जिन्ने कलेश ने, जिन्ने दुख ने, ये हंगता दे हन। एक मोटी जी उदाहरण है, सड़क ते आपां तुरे जा रहे हैं, कोई सीढ़ी ते पा के मुर्दा शरीर लई जा रहा। ਵੱਧ ਤੋਂ ਵੱਧ ਆਪਾਂ ਖੜੇ ਹੋ ਕੇ ਇਹ ਪੁੱਛਦੇ ਹਾਂ ਵੀ ਕੌਣ ਚੜ੍ਹਾਈ ਕਰ ਗਿਆ ਜੀ। ਉਹਦਾ ਨਾਮ ਪੁੱਛ ਲੈਂਦੇ ਹਾਂ। ਜੇ ਤਾਂ ਆਪਾਂ ਉਹਨੂੰ ਜਾਣਦੇ ਹਾਂ ਤਾਂ ਫਿਰ ਦੋ ਗੱਲਾਂ ਕਰ ਲਾਂਗੇ ਵੀ ਚੰਗਾ ਹੁੰਦਾ ਸੀ। ਪਰ ਜੇ ਉਹਨੂੰ ਨਹੀਂ ਜਾਣਦੇ ਆਪਾਂ ਫਿਰ
ਪੁੱਛ ਕੇ ਅੱਗੇ ਨੂੰ ਤੁਰ ਜਾਵਾਂਗੇ। ਅਤੇ ਜਦ ਆਪਾਂ ਵੇਖਾਂਗੇ ਵੀ ਲੋਕ ਰੋ ਰਹੇ ਨੇ, ਆਪਾਂ ਸਮਝਾਂ ਪਤਾ ਨਹੀਂ ਇਹ ਕਮਲੇ ਹੋ ਗਏ, ਇਹ ਐਵੇਂ ਹੀ ਰੋ ਰਹੇ ਨੇ। ਰੋਣ ਵਾਲੇ ਨੂੰ ਪਤਾ, ਉਹਨੂੰ ਪੁੱਛ ਕੇ ਵੇਖੋ ਜਿਹਦਾ ਮਰਿਆ, ਕਿਉਂਕਿ ਉਹਦੀ ਹੰਗਤਾ ਹੈ ਉਹਦੇ ਨਾਲ ਵੀ ਇਹ ਮੇਰਾ ਸੀਗਾ। ਮਤਲਬ ਹੰਗਤਾ ਹੀ ਰੋਣ ਦਾ ਕਾਰਨ ਬਣ ਗਈ। ਸਾਡੀ ਉਹਦੇ ਨਾਲ ਅਟੈਚਮੈਂਟ ਨਹੀਂ ਹੈ, ਸਾਡੀ ਹੰਗਤਾ ਨਹੀਂ ਵੀ ਇਹ ਸਾਡਾ ਹੈ, ਇਸ ਲਈ ਆਪਾਂ ਨਾ ਪੁੱਛ ਕੇ ਅੱਗੇ ਨੂੰ ਤੁਰ ਗਏ। ਸਾਨੂੰ ਰੋਣਾ ਆਉਂਦਾ ਹੀ ਨਹੀਂ, ਕਿਉਂਕਿ ਆਪਾਂ ਜਾਣਦੇ ਨਹੀਂ ਹਾਂ। ਤਾਂ ਇਸ ਲਈ ਰੋਣ ਦਾ ਕਾਰਨ ਵੀ ਹੰਗਤਾ ਹੋਈ। ਜੇ ਆਪਣੱਤ ਹੈ ਤਾਂ ਹੀ ਕਲੇਸ਼ ਨੇ, ਜੇ ਆਪਣੱਤ ਨਹੀਂ ਹੈ ਤਾਂ ਕਲੇਸ਼ ਨਹੀਂ ਹਨ। ਇੱਕ ਉਦਾਹਰਨ ਹੈ, ਦ੍ਰਿਸ਼ਟਾਂਤ ਮਾਤਰ। ਅਤੇ ਇਸ ਵਾਸਤੇ ਕੋਈ ਵੀ ਕਰਮ ਹੈ, ਜੇ ਹੰਗਤਾ ਸਹਿਤ ਕਰਦੇ ਹਾਂ ਤਾਂ ਸਾਧ ਸੰਗਤ ਜੀਓ ਉਹਦੇ ਨਾਲ ਮਨ ਦੁਖੀ ਹੁੰਦਾ ਹੈ। ਜੇ ਹੰਗਤਾ ਸਹਿਤ ਕਰਮ ਨਾ ਕਰੀਏ ਤੇ ਮਨ ਕਦੀ ਵੀ ਦੁਖੀ ਨਹੀਂ ਹੁੰਦਾ। ਜਨਮ ਮਰਨ ਕੇ ਕਸ਼ਟ ਅਸੀਸਾਂ। ਸੋ ਜਨਮ ਮਰਨ ਦਾ ਕਸ਼ਟ ਇਹ ਜਿਹੜਾ ਹੰਗਤਾ ਦੇ ਕਾਰਨ ਬਾਕੀ ਰਹਿ ਜਾਂਦਾ ਹੈ। ਜਾਂ ਤੇ ਸਤਿਗੁਰ ਨੇ ਬਹੁ ਬਾਰ। ਇਸ ਵਾਸਤੇ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਬਹੁਤ ਵਾਰ ਵਰਣਨ ਕੀਨੋ ਗ੍ਰੰਥ ਮਝਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਣਨ ਕੀਤਾ ਹੈ। ਹਉ ਵਿੱਚ ਆਇਆ ਹਉ ਵਿੱਚ ਗਿਆ। ਹਉ ਹੰਗਤਾ ਦੇ ਵਿੱਚ ਹੀ ਇਨਸਾਨ ਦਾ ਜਨਮ ਹੋਇਆ। ਜੇ ਹੰਗਤਾ ਨਾ ਹੁੰਦੀ ਤਾਂ ਜਨਮ ਨਾ ਹੁੰਦਾ, ਅਤੇ ਜੇ ਮਰਿਆ ਹੈ ਤਾਂ ਹੰਗਤਾ ਦੇ ਵਿੱਚ ਹੀ ਮਰਿਆ ਹੈ। ਹਉ ਵਿੱਚ ਜੰਮਿਆ ਹਉ ਵਿੱਚ ਮੋਆ। ਸੰਸਾਰ ਵਿੱਚ ਆਇਆ ਵੀ ਹੰਗਤਾ ਨਾਲ, ਜਾਂਦਾ ਵੀ ਹੰਗਤਾ ਨਾਲ, ਜਨਮ ਵੀ ਹੰਗਤਾ ਨਾਲ ਅਤੇ ਮਰਨ ਵੀ ਹੰਗਤਾ ਦੇ ਸਹਿਤ ਹੁੰਦਾ। ਇਤਿਆਦਿਕ ਕੁਛ ਗਿਣੇ ਨਾ ਜਾਹੇ। ਇਤਿਆਦਿਕ ਕੁਝ ਵੀ ਗਿਣੇ ਨਹੀਂ ਜਾਂਦੇ ਜਿੰਨੇ ਦੁੱਖ ਹੁੰਦੇ ਹਨ। ਚਾਹੇ ਉਹਦੇ ਹੰਤਾ ਕਰਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਰ-ਬਾਰ ਕਿਹਾ ਹੈ ਕਿ ਆਪਣੇ ਸਰੀਰ ਦਾ ਹੰਕਾਰ ਨਾ ਕਰੋ। ਸੋ ਹੰਕਾਰ ਦੇ ਵਿੱਚ ਦੁੱਖ ਹਨ, ਕਸ਼ਟ ਹੈ। ਜਿੰਨੇ ਸੰਤ ਬਣਨਾ ਹੈ ਉਹ ਤਿਆਗ ਕਰੇ, ਅਤੇ ਤਿਆਗ ਤੋਂ ਬਗੈਰ ਸੰਤ ਨਹੀਂ ਬਣਿਆ ਜਾ ਸਕਦਾ ਹੈ। ਫਰੀਦ ਸਾਹਿਬ ਜੀ ਕਹਿੰਦੇ ਨੇ, ਕਬੀਰ ਸਾਹਿਬ ਦਾ ਫਰਮਾਨ ਹੈ, ਕਬੀਰ ਦਾਵੈ ਦਾਜਨ ਹੋਤ ਹੈ। ਜਿਹੜਾ ਦਾਵਾ ਕਰਦਾ ਹੈ ਉਹ ਸੜਦਾ ਰਹਿੰਦਾ ਹੈ। ਮੋਟੀ ਜੀ ਗੱਲ ਹੈ। ਨਿਰਦਾਵੈ ਰਹਿ ਨਿਸ਼ੰਕ। ਜਿਹੜਾ ਨਿਰਦਾਵੇ ਰਹਿੰਦਾ ਹੈ ਉਹ ਨਿਸ਼ੰਕ ਹੋ ਕੇ ਸੁਖੀ ਦੀ ਨੀਂਦ ਸੌਂਦਾ। ਦਾਵੇ ਵਾਲਿਆਂ ਨੂੰ ਨੀਂਦ ਵੀ ਨਹੀਂ ਆਉਂਦੀ। ਚਾਰ ਚੁਫੇਰੇ ਹਥਿਆਰ ਰੱਖ ਕੇ ਸੌਂਦੇ ਨੇ, ਸਿਕਿਉਰਿਟੀ ਗਾਰਡ ਖੜ੍ਹੇ ਹੁੰਦੇ ਨੇ, ਬੜੇ ਉਹ ਯਤਨ ਕਰਦੇ, ਬੜਾ ਬੜਾ ਉੱਠਦੇ ਨੇ, ਫਿਰ ਵੀ ਦੁਖੀ ਰਹਿੰਦੇ। ਜਿਹਦਾ ਕੋਈ ਦਾਵਾ ਨਹੀਂ ਹੈ ਵੀ ਆਹ ਚੀਜ਼ ਮੇਰੀ ਹੈ, ਆਹ ਤੇਰੀ ਹੈ, ਇੱਥੇ ਕਬਜ਼ਾ ਕਰਨਾ, ਇੱਥੇ ਛਡਾਉਣਾ, ਆਹ ਕਰਨਾ, ਉਹ ਕਰਨਾ, ਉਹ ਚੁੱਪ ਕਰਕੇ ਆ ਫੁੱਟਪਾਥ 'ਤੇ ਤੁਸੀਂ ਵੇਖੋ ਕਈ ਵਿਚਾਰੇ ਊਂ ਹੀ ਸੁੱਤੇ ਹੋਣਗੇ। ਰਕਸ਼ੇ ਵਾਲਾ ਰਕਸ਼ੇ 'ਤੇ ਹੀ ਸੁੱਤਾ ਹੋਊਗਾ, ਕਿਉਂਕਿ ਉਹਦਾ ਦਾਵਾ ਕੋਈ ਨਹੀਂ ਹੈ। ਅਤੇ ਦਾਵੇ ਵਾਲੇ ਪੈਰਿਆਂ 'ਚ ਵੀ ਨਹੀਂ ਸੌਂਦੇ, ਉਹਨਾਂ ਨੂੰ ਡਰ ਰਹਿੰਦਾ ਵੀ ਇੱਧਰੋਂ ਵੀ ਕੋਈ ਆ ਗਿਆ, ਉੱਧਰੋਂ ਵੀ ਕੋਈ ਆ ਗਿਆ। ਇਸ ਲਈ ਜਿਹਨੇ ਸੁੱਖ ਦੀ ਨੀਂਦੇ ਸੌਣਾ ਹੈ ਉਹ ਦਾਵਾ ਤਿਆਗ ਦੇਵੇ। ਜਿਹਨੇ ਸੰਤ ਬਣਨਾ ਹੈ, ਸਿਮਰਨ ਕਰਨਾ ਹੈ, ਭਜਨ ਕਰਨਾ ਹੈ। ਕਬੀਰ ਦਾਵੈ ਦਾਜਨ ਹੋਤ ਹੈ, ਨਿਰਦਾਵੈ ਰਹਿ ਨਸੰਕ। ਜੋ ਜਨ ਨਿਰਦਾਵੈ ਰਹਿ ਸੋ ਗਣੈ ਇੰਦਰ ਸੋ ਰੰਕ। ਜਿਹੜਾ ਨਿਰਦਾਵੇ ਤੋਂ, ਦਾਵੇ ਤੋਂ ਬਗੈਰ ਰਹਿੰਦਾ ਹੈ, ਉਹਦੇ ਭਾਣੇ ਗਰੀਬ ਵੀ ਉਹੀ ਹੈ ਅਤੇ ਰਾਜਾ ਵੀ। ਉਹ ਰਾਜਾ ਅਤੇ ਕੰਗਾਲ ਨੂੰ ਇੱਕ ਬਰਾਬਰ ਸਮਝਦਾ ਹੈ। ਤਨ ਹੰਤਾ ਮੈਂ ਸਭ ਉਤਪਾਤ। ਜਿੰਨੇ ਵੀ ਉਪਦਰਮ ਨੇ ਇਹ ਤਨ ਦੀ ਹੰਗਤਾ ਦੇ ਅਭਿਮਾਨ ਦੇ ਵਿੱਚ ਹਨ। ਦੁੱਖ ਪ੍ਰਾਪਤ ਪੁਨ ਪੁਨ ਪਛਤਾਤ। ਦੁੱਖ ਪ੍ਰਾਪਤ ਕਰਕੇ ਫਿਰ ਬਾਰ-ਬਾਰ ਪਛਤਾਉਂਦੇ ਹਨ। ਜਨਮ ਅਸੰਖਾ ਇਸੀ ਤੇ ਤਾਰਾ। ਅਸੰਖਾ ਹੀ ਜਨਮ ਦੇ ਅਭਿਮਾਨ ਕਰਕੇ ਧਾਰਨ ਕਰਦਾ ਹੈ। ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਉਹਨਾਂ ਦੇ ਸਮੇਂ ਦੀ ਬਾਤ ਹੈ। ਉਹਨਾਂ ਦਾ ਪਰਿਵਾਰ ਉਹਨਾਂ ਨੂੰ ਇੱਕ ਵਾਰ ਮਿਲਣ ਆ ਰਿਹਾ ਸੀ। ਰਸਤੇ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਸੰਤ ਬਾਬਾ ਹੀਰਾ ਸਿੰਘ ਜੀ
ਉਹਨਾਂ ਦੇ ਕਹਿੰਦੇ ਚਲੋ ਦਰਸ਼ਨ ਕਰਕੇ ਜਾਂਦੇ ਆ। ਇੱਕ ਛੋਟੇ ਬੱਚੇ ਨੂੰ ਉਹਨਾਂ ਕਮੈਂਟ ਕੀਤਾ, ਕਹਿੰਦੇ ਹਾਂ ਵੀ ਕਾਕਾ ਦੱਸ ਤੇਰੇ ਮਰਬੇ ਕਿੱਥੇ ਨੇ, ਜਿਨ੍ਹਾਂ ਦਾ ਤੂੰ ਮਾਣ ਕਰਦਾ ਸੀ, ਕਿੱਥੇ ਨੇ ਤੇਰੀਆਂ ਪੈਲੀਆਂ, ਕਿੱਥੇ ਨੇ ਘਰ-ਬਾਰ। ਇਸ ਤਰ੍ਹਾਂ ਬਚਨ ਕੀਤਾ, ਹੋਰ ਕੋਈ ਬਚਨ ਨਹੀਂ ਕੀਤਾ। ਜਦ ਬਾਬਾ ਜਵਾਲਾ ਸਿੰਘ ਦੇ ਕੋਲ ਗਏ ਅਤੇ ਉਹਨਾਂ ਨੂੰ ਬਚਨ ਦੱਸਿਆ ਕਿ ਆਹ ਬੱਚੇ ਦੇ ਉੱਪਰ ਸੰਤ ਬਾਬਾ ਹੀਰਾ ਸਿੰਘ ਜੀ ਬ੍ਰਹਮ ਗਿਆਨੀ ਹੋਏ ਨੇ, ਰੋਮ ਰੋਮ ਦਾ ਉਹਨਾਂ ਦਾ ਸਿਮਰਨ ਸੀਗਾ। ਅਤੇ ਉਹਨਾਂ ਨੇ ਇਹ ਬਚਨ ਕੀਤੇ ਨੇ, ਕਹਿੰਦੇ ਮੇਰਾ ਪਿਓ ਹੈ। ਬਾਬਾ ਜਵਾਲਾ ਸਿੰਘ ਜੀ ਅਰਖੋਵਾਲਕਾ ਵਾਲੇ ਕਹਿੰਦੇ ਆਹ ਬੱਚਾ ਮੇਰਾ ਪਿਓ ਹੈ। ਮੈਂ ਇਹਦੇ ਭਲੇ ਵਾਸਤੇ ਇਹਨੂੰ ਡੇਰੇ ਵਿੱਚ ਲੈ ਆਉਂਦਾ। ਜਦ ਚੜ੍ਹਾਈ ਕਰਨਾ ਸੀ ਵੀ ਪਿਤਾ ਜੀ ਤੂੰ ਮੇਰੇ ਕੋਲ ਰਹਿ। ਕਾਰਨ ਕੀ ਆ, ਮੈਂ ਸੋਚਿਆ ਕਿ ਗੁਰਦੁਆਰੇ ਰਹਿਣ ਨਾਲ ਇਹਦਾ ਮਨ ਇਕਾਗਰ ਹੋ ਕੇ ਸਿਮਰਨ ਵਿੱਚ ਟਿਕ ਜਾਏਗਾ ਅਤੇ ਜੰਮਣ ਮਰਨ ਮਿਟ ਜਾਏਗਾ। ਅਤੇ ਪਰ ਇਹ ਬਾਰ-ਬਾਰ ਆਖੀ ਜਾਏ ਮੇਰੇ ਮੁਰੱਬੇ, ਮੇਰੀ ਪੈਲੀ, ਲੋਕ ਕੀ ਕਹਿਣਗੇ ਵੀ ਜਾ ਕੇ ਗੁਰਦੁਆਰੇ ਬਹਿ ਗਿਆ। ਮਤਲਬ ਦੁਨੀਆ ਗੁਰਦੁਆਰੇ ਨੂੰ ਇੰਨਾ ਮਾੜਾ ਸਮਝਦੀ ਹੈ। ਆਖੇ ਜੀ ਗੁਰਦੁਆਰਾ, ਮੁੰਡਾ ਗੁਰਦੁਆਰੇ ਚਲਾ ਗਿਆ, ਉਹ ਤਾਂ ਪੱਕਾ ਹੀ ਬਹੁਤ ਮਾੜਾ ਸਮਝਦੀ ਹੈ। ਮਾफ़ ਕਰਨਾ, ਉਂਝ ਆਪਣੀ ਸ਼ਰਧਾ ਹੈ, ਪਰ ਜਦ ਸਾਡੇ ਕੋਈ ਪਰਿਵਾਰ ਦਾ ਮੈਂਬਰ ਅਤੇ ਫਿਰ ਸਾਨੂੰ ਪਤਾ ਚੱਲਦਾ ਹੈ, ਫਿਰ ਕੋਈ ਸ਼ਰਧਾ ਨਹੀਂ ਰਹਿੰਦੀ। ਦੂਰੋਂ ਦੂਰੋਂ ਤਾਂ ਸਭ ਕੁਛ ਹੈ। ਇਹ ਆਮ ਸੰਸਾਰੀ ਬਿਰਤੀ ਵਾਲਿਆਂ ਦੀ ਹਾਲਤ। ਗੁਰੂ ਕੀ ਸੰਗਤ ਤਾਂ ਨਮਸਕਾਰ ਕਰਨੇ ਯੋਗ ਹੈ, ਉਹ ਤਾਂ ਰੱਬ ਦਾ ਰੂਪ ਹੈ। ਮੈਂ ਆਮ ਸੰਸਾਰੀ ਲੋਕਾਂ ਦੀ ਗੱਲ ਕੀਤੀ ਹੈ। ਕਹਿੰਦੇ ਵੀ ਲੋਕ ਕੀ ਕਹਿਣਗੇ ਵੀ ਫਲਾਣਾ ਬੰਦਾ ਜਾ ਕੇ, ਮੁੰਡਾ ਤਾਂ ਗਿਆ ਸੀ ਉਹ ਵੀ ਗੁਰਦੁਆਰੇ ਚਲਾ ਗਿਆ ਅਤੇ ਮੈਂ ਤਾਂ ਨਹੀਂ ਇੱਥੇ ਰਹਿੰਦਾ। ਇਉਂ ਵਧੋ ਵਧੀ ਚੋਰੀ ਘਰ ਨੂੰ ਭੱਜ ਆਇਆ ਵੀ ਮੈਂ ਤਾਂ ਆਪਦੇ ਮੁਰੱਬੇ ਸਾਂਭੂਗਾ। ਉਹ ਧਿਆਨ ਹੀ ਮੁਰੱਬਿਆਂ 'ਚ ਰਹਿ ਗਿਆ। ਫਿਰ ਇਹ ਸਾਡੇ ਘਰ ਵਿੱਚ ਜਨਮ ਲਿਆ। ਇਹ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੇ ਬਚਨ। ਬਾਬਾ ਹੀਰਾ ਸਿੰਘ ਜੀ ਬਾਅਦ ਵਿੱਚ ਚੜ੍ਹਾਈ ਕਰ ਗਏ। ਉਹਨਾਂ ਦਾ ਦੂਜਾ ਜਨਮ ਹਜ਼ੂਰ ਸਾਹਿਬ ਦਾ ਹੈ। ਮੈਂ ਨਾਮ ਨਹੀਂ ਲੈਣਾ, ਕਿਸੇ ਪ੍ਰੇਮੀ ਨੇ ਇਹ ਮੈਨੂੰ ਦੱਸਣਾ ਕੀਤਾ। ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਆਪ ਦੀ ਹੰਗਤਾ ਕਰਨੀ ਹੈ ਅਤੇ ਆਪਦੇ ਮਾਲ ਅਸਬਾਬ ਦੀ ਹੰਗਤਾ ਕਰਨੀ ਹੈ, ਉਮਰ ਤਾਂ ਓਨੀ ਕੀ ਹੈ ਜਿੰਨੀ ਕੁ ਰੱਬ ਨੇ ਲਿਖੀ ਹੈ। ਇਹ ਤੋਂ ਵੱਧ ਤਾਂ ਆਪਾਂ ਭੋਗ ਨਹੀਂ ਸਕਦੇ। ਪਰ ਜੇ ਧਿਆਨ ਵਿੱਚ ਰਹਿ ਜਾਊਗਾ ਫਿਰ ਉਹੀ ਜੰਮਣ ਮਰਨ ਦਾ ਕਾਰਨ ਬਣੂਗਾ। ਅਪਰਮਾਨ ਸੰਕਟ ਤੇ ਮਾਰੈ। ਸੋ ਬਹੁਤ ਸੰਕਟ ਸਹਿ ਕੇ ਜੀਵ ਮਰਦਾ ਹੈ ਜਿਹੜਾ ਦੇਹ ਦਾ ਅਭਿਮਾਨ ਕਰਦਾ ਹੈ। ਗੁਰੂ ਜੀ ਨੇ ਸਾਨੂੰ ਦੇਹ ਨਾਲ ਤਾਂ ਹੀ ਨਹੀਂ ਜੋੜਿਆ, ਸਾਨੂੰ ਸ਼ਬਦ ਦੇ ਨਾਲ ਜੋੜਿਆ ਹੈ। ਸ਼ਬਦ ਮਿਲੇ ਸੇ ਵਿਛੜੈ ਨਾਹੀ। ਮਮਤਾ ਆਦ ਵਿਕਾਰ ਅਨੇਕਾਂ। ਜਿਹੜੇ ਮਮਤਾ ਆਦਿਕ ਅਨੇਕਾਂ ਵਿਕਾਰ ਨੇ, ਆਹ ਮੇਰਾ ਸਰੀਰ ਹੈ, ਆਹ ਮੇਰੇ ਪੁੱਤ ਦਾ ਸਰੀਰ ਹੈ, ਆਹ ਮੇਰੇ ਪਰਿਵਾਰ ਦਾ ਹੈ, ਇਉਂ ਆਪ ਦੀ ਜਿਹੜੀ ਹੰਗਤਾ ਕਰਨੀ ਹੈ ਵਿਕਾਰ ਹਨ। ਤਨ ਹੰਤਾ ਜਾਨਤੀ ਅਬਵੇਕ। ਇਸ ਤਨ ਹੰਗਤਾ ਤੋਂ ਹੀ ਅਗਿਆਨਤਾ ਪੈਦਾ ਹੁੰਦੀ ਹੈ। ਜਿਸ ਜਨ ਪਰ ਹੋਵੈ ਗੁਰ ਕਰਣਾ। ਜਿਸ ਵਿਅਕਤੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇ। ਤਨ ਹੰਤਾ ਕੋ ਕਰੈ ਪਰ ਹਰਨਾ। ਉਸ ਦੀ ਤਨ ਹੰਗਤਾ ਨੂੰ ਗੁਰੂ ਸਾਹਿਬ ਦੂਰ ਕਰ ਦਿੰਦੇ ਹਨ। ਤਤਿ ਉਪਦੇਸ਼ ਨਾਮ ਲਿਵ ਲਾਵੈ। ਤਤ ਉਪਦੇਸ਼ ਦੇ ਕੇ ਨਾਮ ਦੇ ਵਿੱਚ ਲਿਵ ਲਗਾ ਦਿੰਦੇ ਹਨ। ਜਨਮ ਮਰਨ ਦੁੱਖ ਤੇ ਛੁਟ ਜਾਵੈ। ਜਿਸ ਕਰਕੇ ਜੰਮਣ ਮਰਨ ਦੇ ਦੁੱਖ ਤੋਂ ਛੁਟਕਾਰਾ ਮਿਲਦਾ ਹੈ। ਅੱਜ ਇਹਨਾਂ ਦੀ ਅਸਥਾਨ 'ਤੇ ਤੁਸੀਂ ਬੈਠੇ ਹੋ, ਆਪਾਂ ਬਹੁਤਾ ਦੂਰ ਨਹੀਂ ਜਾਣਾ, ਇੱਥੇ ਹੀ ਗੱਲ ਸ਼ੁਰੂ ਕਰ ਦਿੰਦੇ ਆ। ਇਹਨਾਂ ਨਿਹੰਗਾਂ ਨੇ ਵੇਖੋ ਸਰੀਰ ਨੂੰ ਵੀ ਆਪਣਾ ਨਹੀਂ ਸਮਝਿਆ। ਬੋਝੀ 'ਚ ਪੈਸੇ ਤਾਂ ਕੀ ਰੱਖਣੇ ਸੀ, ਘਰਦਿਆਂ ਨੂੰ ਜਾ ਕੇ ਤਾਂ ਕੀ ਫੜਾਉਣੇ ਸੀ, ਅਤੇ ਹੋਰ ਤਾਂ ਕੀ ਪੈਲੀ ਬੰਨੇ ਦਾ ਮੋਹ ਕਰਨਾ। ਜਿਹੜਾ ਰੱਬ ਨੇ ਸਰੀਰ ਦਿੱਤਾ ਉਹ ਵੀ ਗੁਰਦੁਆਰੇ ਹੀ ਭੇਟਾ ਕਰ ਦਿੱਤਾ। ਆਪਾਂ ਜਿੱਥੇ ਜਨਮ ਲੈਂਦੇ ਹਾਂ ਆਪਦੇ ਪਿੰਡ ਦੀ ਹੰਗਤਾ ਕਰਦੇ ਹਾਂ, ਆਪਦੇ ਇਲਾਕੇ ਦੀ ਕਰਦੇ ਹਾਂ, ਆਪਦੇ ਸਰੀਰ ਦੀ ਕਰਦੇ ਹਾਂ, ਆਪਦੇ ਟੱਬਰ ਦੀ। ਪਰ ਇਹ ਜੰਮੇ ਕਿੱਥੇ? ਫਿਰੋਜ਼ਪੁਰ। ਰਹੇ ਕਿੱਥੇ? ਅੰਮ੍ਰਿਤਸਰ। ਯੁੱਧ ਕਿੱਥੇ ਜਿੱਤਿਆ? ਮੁਦਕੀ। ਅਤੇ ਤੰਬੂ ਕਿੱਥੇ ਸੀਗਾ? ਪਟਿਆਲੇ। ਦੂਖ ਨਿਵਾਰਨ ਜੋਤ ਵਾਲੀ ਜਗ੍ਹਾ
ਤੇ ਲੜਦੇ ਝਗੜਦੇ ਘੜਾਮ ਥਾਣੀ ਚੜਾਈ ਕਿੱਥੇ ਕੀਤੇ? ਇੱਥੇ ਸੁਹਾਣੇ ਦੀ ਜੂਹ 'ਚ ਆ ਗਿਆ। ਸਰਬੱਤ ਦੇ ਭਲੇ ਵਾਸਤੇ ਆਪ ਦਾ ਸਰੀਰ ਤੱਕ ਵਾਰ ਦਿੱਤਾ। 90 ਸਾਲ ਦੀ ਬਜ਼ੁਰਗ ਅਵਸਥਾ 'ਚ ਉੱਠ ਕੇ ਪਾਣੀ ਪੀਣਾ ਔਖਾ ਬਣ ਜਾਂਦਾ। ਪੱਟ ਦੇ ਵਿੱਚ ਗੋਲਾ ਖਾ ਕੇ ਵੀ ਵੇਖੋ ਲੜਦੇ ਰਹੇ, ਜ਼ੁਲਮ ਦਾ ਡਟ ਕੇ ਮੁਕਾਬਲਾ ਕੀਤਾ। ਇਹਨਾਂ ਇਨਕਲਾਬੀ ਯੋਧਿਆਂ ਤੋਂ ਡਰਦੇ ਗੋਰੇ ਭੱਜੇ ਨੇ। ਗਾਂਧੀ ਦੇ ਚਰਖੇ ਦੀ ਘੂੰ ਘੂੰ ਦਾ ਮੱਖੀਆਂ ਨਹੀਂ ਡਾ ਸਕਦੀ, ਗੋਰੇ ਭਲਾ ਉਹਨੇ ਕੀ ਭਜਾਉਣੇ ਨੇ। ਅਤੇ ਇਸ ਵਾਸਤੇ ਸ਼ਾਂਤੀ ਓਮ ਦੇ ਨਾਲ ਨਹੀਂ ਕੋਈ ਗੱਲ ਬਣਦੀ ਹੈ। ਕੋ ਕਿਸੇ ਕੋ ਰਾਜ ਨਾ ਦਇਆ ਹੈ, ਜੋ ਲੈ ਹੈ ਨਿਜ ਬਲ ਸੇ, ਜ਼ੋਰ ਦੇ ਨਾਲ ਦੁਨੀਆ ਮੰਨਦੀ ਹੈ। ਸੋ ਇਹਨਾਂ ਨੇ ਆਪ ਦਾ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ ਹੈ। ਜੋ ਪੰਜਾਂ ਪਿਆਰਿਆਂ ਨੇ ਮਰਿਆਦਾ ਬੰਨੀ, ਸੀਸ ਮਹਾਰਾਜ ਨੂੰ ਭੇਟਾ ਕਰਕੇ ਅਤੇ ਗੁਰੂ ਸਾਹਿਬ ਦੇ ਪਿਆਰੇ ਬਣਨਾ ਕੀਤਾ। ਸਾਰੀ ਸਿੱਖੀ ਨੂੰ ਉਹਨਾਂ ਨੇ 20 ਲੱਖ ਦੀ ਗਿਣਤੀ ਵਿੱਚੋਂ ਪੰਜਾਂ ਨੇ ਪਾਸ ਕਰਾਇਆ। ਫਿਰ ਸਾਹਿਬਜ਼ਾਦਿਆਂ ਨੇ ਵੇਖੋ ਸਰੀਰ ਨੂੰ ਆਪਣਾ ਨਹੀਂ ਸਮਝਿਆ, ਗੁਰਦੁਆਰੇ ਦਾ ਸਮਝ ਗਏ, ਫਤਿਹਗੜ੍ਹ ਦੀਆਂ ਨੀਹਾਂ ਦੇ ਵਿੱਚ ਹੀ ਆਪਦੇ ਸਰੀਰ ਨੂੰ ਸਮਾਪਤ ਕਰ ਗਏ। ਦੁਨੀਆ ਅੱਜ ਉਹਨਾਂ ਨੂੰ ਮੰਨਦੀ ਹੈ। ਸੋ ਦੁਨੀਆ ਉਹਨਾਂ ਨੂੰ ਮੱਥਾ ਟੇਕਦੀ ਹੈ ਜਿਨ੍ਹਾਂ ਨੇ ਸਰੀਰ ਦੀ ਹੰਗਤਾ ਨੂੰ ਤਿਆਗਿਆ ਹੈ। ਜਿਹੜੀ ਪੰਡ ਬਣ ਕੇ ਸਿਰ 'ਤੇ ਚੁੱਕੀ ਫਿਰਦੇ ਨੇ ਵੀ ਆਹ ਮੇਰਾ ਤੇ ਆਹ ਤੇਰਾ, ਉਹਨਾਂ ਨੂੰ ਲੋਕ ਵੇਖ ਕੇ ਰਾਜੀ ਨਹੀਂ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਕਿਸੇ ਪ੍ਰੇਮੀ ਨੇ ਆਖਿਆ ਵੀ ਕੋਠੇ ਤੁਹਾਡੇ ਕੱਚੇ ਨੇ। ਰੋਡਾ ਪਿੰਡ ਉਹਦੇ ਤੋਂ ਬਾਹਰਲੇ ਪਾਸੇ ਜਿਸ ਤਰ੍ਹਾਂ ਬਹਿਕਾਂ ਦੇ, ਉਹਨਾਂ ਨੂੰ ਕੋਠੇ ਅਜੇ ਵੀ ਕੋਠੇ ਹੀ ਬੋਲਦੇ ਨੇ, ਕੱਚੇ ਕੋਠੇ ਸੀਗੇ। ਵੀ ਜਿੰਨਾ ਤੁਹਾਡੇ ਕੋਲ ਪੈਸਾ ਹੁੰਦਾ ਕੁਝ ਘਰਦਿਆਂ ਨੂੰ ਦਿਓ, ਮਾੜਾ ਮੋਟਾ ਕੋਈ ਕਮਰਾ ਬਣਾਓ। ਅਤੇ ਕੋਠੇ ਤੁਹਾਡੇ ਕੱਚੇ ਨੇ, ਘਰ ਕਿਉਂ ਨਹੀਂ ਬਣਾਉਂਦੇ? ਇੰਨੀ ਦੁਨੀਆ ਤੁਹਾਨੂੰ ਮੰਨਦੀ ਹੈ। ਕਹਿੰਦੇ ਗੁਰਮੁਖਾ ਮੰਨਦੀ ਤਾਈਓ ਹੀ ਹੈ ਵੀ ਕੋਠੇ ਕੱਚੇ ਨੇ, ਜਿੱਦਣ ਪੱਕੇ ਬਣ ਗਏ ਲੋਕਾਂ ਮੂੰਹ ਘੁਮਾ ਲੈਣਾ ਵੀ ਤਾਂ ਆਪਦੇ ਕੋਠਿਆਂ ਵੱਲ ਹੀ ਤੁਰ ਪਿਆ। ਤੋ ਸੱਚਮੁੱਚ ਜ਼ਿੰਦਗੀ ਪਰ ਉਹਨਾਂ ਆਪਣਾ ਨਿਯਮ ਨਿਭਾਇਆ। ਹੁਣ ਭਾਵੇਂ ਮਹਾਰਾਜ ਦੀ ਕਿਰਪਾ, ਪਰਿਵਾਰ ਦੀ ਚੜ੍ਹਦੀ ਕਲਾ ਹੈ। ਤੋ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਆਪ ਦੀ ਹੰਗਤਾ ਨੂੰ, ਆਪ ਦੇ ਇਲਾਕੇ ਦੀ ਹੰਗਤਾ ਨੂੰ, ਆਪ ਦੇ ਪਰਿਵਾਰ ਦੀ ਹੰਗਤਾ ਨੂੰ, ਇੱਥੋਂ ਤੱਕ ਦੇਸ਼ ਦੀ ਹੰਗਤਾ ਨੂੰ ਵੀ ਤਿਆਗ ਦਿਓ ਤਾਂ ਤੁਹਾਡੀ ਚੜ੍ਹਦੀ ਕਲਾ। ਆਪ ਦੇ ਧਰਮ ਦੀ ਵੀ ਹੰਗਤਾ ਨੂੰ ਤਿਆਗ ਦਿਓ। ਲਓ ਹੋਰ ਕੀ ਕਹਿਣਾ ਵੀ ਸਾਡਾ ਸਿੱਖੀ ਧਰਮ ਹੈ, ਇਹ ਵੀ ਹੰਗਤਾ ਤਿਆਗ ਦਿਓ। ਇਹ ਨਹੀਂ ਵੀ ਹਿੰਦੂ ਕੋਈ ਹੋਰ ਹਨ ਜਾਂ ਮੁਸਲਮਾਨ, ਉਹ ਵੀ ਰੱਬ ਦੇ ਬੰਦੇ ਹੀ ਨੇ। ਜੇ ਪਰਮਾਤਮਾ ਨੂੰ ਭਾਵੇ ਤਾਂ ਉਹ ਜੰਮਣ ਹੀ ਨਾ। ਉਹ ਕਿੱਥੋਂ ਆਏ ਨੇ? ਉਹ ਵੀ ਤਾਂ ਰੱਬ ਦੇ ਘਰੋਂ ਆਏ ਨੇ। ਜੇ ਆਪਾਂ ਸਿੰਘ ਸਾਹਿਬ ਹਾਂ ਅਤੇ ਹਿੰਦੂ ਵੀ ਤਾਂ ਰੱਬ ਦੇ ਬੰਦੇ ਨੇ। ਗੁਰੂ ਗ੍ਰੰਥ ਸਾਹਿਬ 'ਚ ਇਹ ਤਾਂ ਨਹੀਂ ਵੀ ਅੰਮ੍ਰਿਤਧਾਰੀ ਸਿੰਘਾਂ ਦੀ ਬਾਣੀ ਹੋਈ ਹੈ, ਮੁਸਲਮਾਨਾਂ ਦੀ ਵੀ ਹੈ, ਰਵਿਦਾਸ ਦੀ ਵੀ ਹੈ, ਕਬੀਰ ਦੀ ਵੀ ਹੈ, ਹਿੰਦੂਆਂ ਦੀ ਵੀ ਹੈ, ਸਭਨਾਂ ਦੀ ਹੈ। ਜੇ ਸਾਡੇ ਵਰਗੇ ਮਹਾਰਾਜ ਕੋਲ ਹੁੰਦੇ, ਮੈਂ ਕਈ ਵਾਰ ਕਹਿੰਦਾ ਹੁੰਦਾ ਵੀ ਆਪਾਂ ਕਹਿਣਾ ਮਹਾਰਾਜ RSS ਕਿੱਥੋਂ ਆ ਗਈ? ਇਹ ਤਾਂ ਕਾਸ਼ੀ ਤੋਂ ਆਏ ਨੇ, ਭੱਟ RSS ਨੂੰ ਪਰਾਂ ਕਰੋ ਜੀ। ਆਪਾਂ ਤਾਂ ਸਿੰਘ ਸਾਹਿਬ ਹਾਂ ਜੀ, ਆਪਾਂ ਅੰਮ੍ਰਿਤਧਾਰੀ ਇਹਨਾਂ ਦੀ ਬਾਣੀ ਨਾ ਲਿਖੋ ਜੀ। ਦੱਸੋ ਸਾਡੇ ਵਰਗੀਆਂ ਨਿਕੰਮੀਆਂ ਸਲਾਹਾਂ ਦੇਣੀਆਂ ਸੀਗੀਆਂ। ਮਹਾਰਾਜ ਮੰਨਦੇ ਭਾਵੇਂ ਨਾ ਮੰਨਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ ਸਾਂਝੇ ਸਤਿਗੁਰੂ ਇਸੇ ਕਰਕੇ ਨੇ ਕਿਉਂਕਿ ਇਹਨਾਂ ਨੇ ਧਰਮ ਦਾ ਵਿਤਕਰਾ ਵੀ ਨਹੀਂ ਪਾਇਆ। ਧਰਮ ਉਹ ਹੈ ਜਿਹੜਾ ਰੱਬ ਦਾ ਨਾਮ ਜਪਦਾ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਰਿਆਂ ਦਾ ਧਰਮ ਹੈ ਰੱਬ ਦਾ ਨਾਮ ਜਪਣਾ। ਭਾਵੇਂ ਕੋਈ ਗਾਤਰਾ ਪਾ ਕੇ ਜਪ ਲੈ, ਭਾਵੇਂ ਗਾਤਰੇ ਤੋਂ ਬਗੈਰ ਜਪ ਲੈ, ਭਾਵੇਂ ਕੋਈ ਹਿੰਦੂ ਜਪ ਲੈ, ਭਾਵੇਂ ਮੁਸਲਮਾਨ ਜਪ ਲੈ। ਆਪਾਂ ਸਿੱਖ ਕਿਉਂ ਆ? ਕਿਉਂਕਿ ਆਪਾਂ ਨੇ ਗੁਰੂ ਜੀ ਦੀ ਸਿੱਖਿਆ ਨੂੰ ਮੰਨਿਆ ਹੈ, ਸੱਚਮੁੱਚ ਮੰਨਿਆ ਹੈ, ਝੂਠ ਤਾਂ ਨਹੀਂ ਬੋਲਦੇ। ਮੇਰਾ ਤਾਂ ਖਿਆਲ ਨਹੀਂ। ਸਾਡੀ ਆਤਮਾ ਆਵਾਜ਼ ਦਿੰਦੀ ਆ ਵੀ ਆਪਾਂ ਮੰਨਿਆ ਜਾਂ ਨਹੀਂ ਮੰਨਿਆ। ਜੇ ਨਹੀਂ ਮੰਨਿਆ ਤਾਂ ਫਿਰ ਸਿੱਖ ਕਿੱਧਰੋਂ ਹੋ ਗਏ? ਸਿੱਖ ਤਾਂ ਉਹ ਹੈ ਜਿਹਨੇ ਗੁਰੂ ਜੀ ਦੀ ਸਿੱਖਿਆ ਨੂੰ ਧਾਰਨ ਕੀਤਾ ਹੈ। ਫਿਰ ਧਰਮ ਤਾਂ ਉਹੀ ਹੈ ਜਿਹੜਾ ਨਾਮ ਜਪਦਾ। ਜੇ ਮੰਨ ਲਓ ਸਿੱਖ ਬਣ ਕੇ ਵੀ ਨਾਮ ਨਹੀਂ ਜਪਿਆ, ਝਗੜਿਆਂ 'ਚ ਪਏ ਰਹੇ, ਫਿਰ ਧਰਮ ਕਾਹਦਾ ਹੋ ਗਿਆ? ਅਤੇ ਇਸ ਲਈ ਹੰਗਤਾ ਦਾ ਤਿਆਗ ਕਰਨਾ, ਉਹੀ ਬੰਦਾ ਬ੍ਰਹਮ ਗਿਆਨੀ ਹੋ ਸਕਦਾ ਹੈ। ਆ ਤੁਹਾਡੇ ਕੋਲ ਰਤਵਾੜਾ ਸਾਹਿਬ ਹੈ, ਇੱਥੋਂ ਦੇ ਮਹਾਂਪੁਰਖ ਸੰਤ ਬਾਬਾ ਵਰਿਆਮ ਸਿੰਘ ਜੀ ਹੋਏ ਨੇ। ਅਤੇ ਮੈਂ ਭਾਵੇਂ ਗਿਆ ਤਾਂ ਨਹੀਂ ਅਤੇ ਨਾ ਮੈਂ ਕੋਈ ਕਥਾ ਕੀਰਤਨ ਉਹਨਾਂ ਦਾ ਸੁਣਿਆ, ਪਰ ਜਿਹੜਾ ਉਹਨਾਂ ਦਾ ਆਤਮ ਮਾਰਗ ਰਸਾਲਾ ਸ਼ਬਦ ਹੈ, ਉਹਦੇ ਜਿਹੜੀਆਂ ਸਟੋਰੀਆਂ ਪੜ੍ਹੀਆਂ ਨੇ
ਉਹਨਾਂ ਦੇ ਮੁਤਾਬਕ ਉਹਨਾਂ ਦੀ ਉੱਚੀ ਅਵਸਥਾ ਸੀਗੀ। ਔਰ ਜਦ ਉਹ ਸਮਾਗਮ ਕਰਦੇ ਤੇ ਉਹਨਾਂ ਦੇ ਵਿੱਚ ਹਿੰਦੂ ਮਹਾਤਮਾ ਨੂੰ ਵੀ ਸਤਿਕਾਰ ਦਿੰਦੇ, ਉਹ ਵੀ ਆ ਕੇ ਬੋਲਦੇ। ਉਹਨਾਂ ਦੇ ਵਿੱਚ ਇੱਕ ਸਵਾਮੀ ਰਾਮ ਜੀ ਰਿਸ਼ੀਕੇਸ਼ ਦੇ ਮਹਾਤਮਾ, ਜਿਨ੍ਹਾਂ ਦੀ ਮੈਂ ਸਾਖੀ ਪੜ੍ਹੀ ਸੁਣੀ ਅਤੇ ਲਿਖੀ ਹੈ, ਉਹਨਾਂ ਨੇ ਦੱਸਿਆ ਵੀ ਮੈਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਹੋਏ। ਮੈਂ ਮਰਿਆ ਹੋਇਆ ਸੀ, ਦਰਖਤ ਦੀ ਜਿਹੜੀ ਖੁੰਗੀ ਮੇਰੇ ਪੇਟ ਵਿੱਚ ਉਭੀ ਹੋਈ ਸੀ, ਅਤੇ ਗੁਰੂ ਨਾਨਕ ਸਾਹਿਬ ਨੇ 4 ਬੀਬੀਆਂ ਦਾ ਰੂਪ ਧਾਰ ਕੇ ਮੈਨੂੰ ਬਚਾਇਆ। ਅਤੇ ਮੈਂ ਉਸ ਦਿਨ ਤੋਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰਨ ਕੀਤੀ। ਉਹ ਮਹਾਤਮਾ ਡਿਗਰੀ ਹੋਲਡਰ ਸੀਗੇ, ਉਹਨਾਂ ਦਾ ਜੇ ਵੀ ਹੌਸਪੀਟਲ ਰਿਸ਼ੀਕੇਸ਼ ਚੱਲਦਾ, ਇੱਕ ਆਸ਼ਰਮ ਵੀ ਹੈ। ਉਹਨਾਂ ਦੀਆਂ ਸਾਖੀਆਂ ਰਸਾਲੇ ਦੇ ਵਿੱਚ ਛਪਦੀਆਂ ਹੁੰਦੀਆਂ। ਤੋ ਇਸ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਰੱਬ ਦੀ ਕਿਰਪਾ ਹੋ ਗਈ ਹੈ, ਉਹ ਲੜਾਈਆਂ ਨਹੀਂ ਪਾਉਂਦੇ, ਲੜਾਈਆਂ ਮੇਟਦੇ ਨੇ, ਝਗੜਿਆਂ ਦੇ ਵਿੱਚ ਨਹੀਂ ਆਉਂਦੇ। ਉਹ ਰੱਬ ਦੇ ਨਾਮ ਦੇ ਉੱਪਰ ਕਦੀ ਵੀ ਝਗੜਾ ਨਹੀਂ ਕਰਦੇ। ਧਰਮ ਕਿਸੇ ਨੂੰ ਵੀ ਵੰਡਦਾ ਨਹੀਂ, ਧਰਮ ਹਮੇਸ਼ਾ ਜੋੜਦਾ ਹੈ। ਮਿਲਵੇ ਕੀ ਮਹਿਮਾ ਬਰਨ ਨਾ ਸਾਕੋ, ਨਾਨਕ ਪਰੈ ਪਰੀਲਾ। ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਹੋ ਰਹੀ ਹੈ ਜਗ੍ਹਾ ਜਗ੍ਹਾ 'ਤੇ? ਕਿਉਂਕਿ ਜਿਨ੍ਹਾਂ ਨੂੰ ਅਸੀਂ ਤੋੜ ਕੇ ਸੁੱਟਤਾ, ਅਤੇ ਜਿਨ੍ਹਾਂ ਨੇ ਝਗੜੇ ਕੀਤੇ ਉਹਨਾਂ ਨੇ ਸਮਝਿਆ ਪਤਾ ਨਹੀਂ ਮਹਾਰਾਜ ਇਹਨਾਂ ਦਾ ਹੀ ਆ। ਸਾਨੂੰ ਜਾਚ ਹੀ ਨਹੀਂ ਆਈ ਲੋਕਾਂ ਨੂੰ ਦੱਸਣ ਦੀ ਵੀ ਗੁਰੂ ਗ੍ਰੰਥ ਸਾਹਿਬ ਸਾਂਝੇ ਨੇ। ਆਪ ਵੀ ਨਹੀਂ ਸਮਝਿਆ, ਦੂਜਿਆਂ ਨੂੰ ਵੀ ਨਹੀਂ ਸਮਝਾ ਸਕੇ। ਇਸ ਲਈ ਉਹ ਬੇਗਾਨਾ ਸਮਝਦੇ ਅਤੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਆ ਜਾਂਦੇ। ਅੱਜ ਕੱਲ੍ਹ ਰੀਤੀ ਹੋਈ ਚੱਲ ਪਈ ਹੈ, ਪਤਾ ਨਹੀਂ ਦੁਨੀਆ ਦਾ ਭਲਾ ਕਦੋਂ ਹੋਊਗਾ ਅਤੇ ਕਿੱਥੇ ਹੋਊਗਾ। ਜੋ ਗੁਰਬਾਣੀ ਦੇ ਉੱਪਰ ਹੱਥ ਚੁੱਕਦੇ, ਮਹਾਰਾਜ ਉਹਨਾਂ ਨੂੰ ਸਮਤ ਬਖਸ਼ੇ ਅਤੇ ਅਸੀਂ ਇਹ ਗੱਲ ਸਮਝਾ ਸਕੀਏ। ਏਕ ਪਿਤਾ ਇੱਕ ਸਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ, ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇ ਹੋ ਦਿਖਾਈ। ਇੱਕੋ ਹੀ ਸਾਡਾ ਪਿਓ ਹੈ, ਇੱਕੋ ਹੀ ਪਿਓ ਦੇ ਅਸੀਂ ਬੱਚੇ ਹਾਂ। ਜੇ ਉਦਾਸੀ ਸੰਪਰਦਾ ਸ਼ੁਰੂ ਹੋਈ ਹੈ ਅਤੇ ਉਹ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦਾ ਬਾਬਾ ਸ੍ਰੀ ਚੰਦ ਤੋਂ ਸ਼ੁਰੂ ਹੋਈ ਹੈ। ਉਦਾਸੀ ਗੁਰਦੁਆਰੇ ਤੋਂ ਵੱਖਰੇ ਨਹੀਂ ਹਨ, ਭਾਵੇਂ ਉਹ ਗਾਤਰਾ ਪਾਉਂਦੇ ਨੇ, ਅੰਮ੍ਰਿਤ ਛਕਦੇ ਜਾਂ ਨਹੀਂ ਛਕਦੇ, ਪਰ ਬਾਣੀ ਬੜੀ ਉਹ ਪਿਆਰ ਨਾਲ ਪੜ੍ਹਦੇ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਬੜੀ ਸ਼ਰਧਾ ਨਾਲ ਕਰਦੇ। ਸਾਡੇ ਪਿੰਡ ਸ਼ਹੀਦਾਂ ਵਾਲੇ ਗੁਰਦੁਆਰੇ ਇੱਕ ਉਦਾਸੀ ਮਹਾਤਮਾ ਸੀਗੇ, ਆਉਂਦਾ ਤਾਂ ਉਹਨਾਂ ਨੂੰ ਜਪਜੀ ਸਾਹਿਬ ਹੀ ਸੀਗਾ, ਪਰ ਉਹ ਮਹਾਰਾਜ ਦਾ ਪ੍ਰਕਾਸ਼ ਅਤੇ ਗੁਰੂ ਸਾਹਿਬ ਦੀ ਸੇਵਾ 'ਚ 8 ਪੈਰ ਹਾਜ਼ਰ ਰਹਿੰਦੇ। ਰੁਪਈਆ ਇੱਕ ਵੀ ਨਹੀਂ ਲਿਆ ਸਾਰੀ ਉਮਰ, ਉੱਥੇ ਚੜ੍ਹਾਈ ਕੀਤੇ। ਤੋ ਇਸ ਤਰੀਕੇ ਦੇ ਨਾਲ ਉਹ ਮਹਾਰਾਜ ਕਹਿੰਦੇ ਹਨ ਕਿ ਹੰਗਤਾ ਦਾ ਤਿਆਗ ਕਰ ਦਿਓ ਭਾਈ, ਇਹਨੂੰ ਤੀਲੀ ਲਾ ਕੇ ਫੂਕ ਸੁੱਟੋ, ਸਾੜ ਕੇ ਸਵਾਹ ਕਰ ਦਿਓ ਜੇ ਤੁਸੀਂ ਸੁਖੀ ਰਹਿਣਾ ਹੈ। ਚੌਬਾਈ ਪੁਨ ਸਿੰਘਨ ਬੂਝਨ ਕਰਿਓ। ਫਿਰ ਸਿੰਘਾਂ ਨੇ ਮਹਾਰਾਜ ਤੋਂ ਪੁੱਛਿਆ, ਪਿਆਰੇ ਦਇਆ ਸਿੰਘ ਜੀ ਤੋਂ, ਕਹੋ ਰੂਪ ਅਗਿਆਨ, ਕਿ ਹੁਣ ਅਗਿਆਨ ਦੇ ਰੂਪ ਬਾਰੇ ਕਹੋ ਜੀ। ਮਾਇਆ ਬਾਹਰ ਅਵਿਦਿਆ, ਮਾਇਆ ਕਿਸ ਨੂੰ ਕਹਿੰਦੇ ਨੇ, ਅਵਿਦਿਆ ਕਿਸ ਨੂੰ ਕਹਿੰਦੇ ਨੇ? ਬੰਧਨ ਮੋਖ ਬਖਾਨ। ਬੰਧਨ ਦੀ ਡੈਫੀਨੇਸ਼ਨ ਕੀ ਹੈ? ਮੋਖ ਦੀ ਡੈਫੀਨੇਸ਼ਨ ਦੱਸੋ। ਚੌਬਾਈ ਜਾਗਰਤ ਸੁਪਨ ਸੁਖੋਪਤ ਤੀਨਾ। ਜਾਗਰਤ ਕਿਸ ਦਾ ਨਾਮ ਹੈ? ਸੁਪਨ ਅਵਸਥਾ ਕਿਹਨੂੰ ਕਹਿੰਦੇ ਨੇ? ਸੁਖੋਪਤ ਅਵਸਥਾ ਕਿਹਨੂੰ ਕਹਿੰਦੇ? ਇਹ ਅਵਸਥਾ ਕਹੋ ਪਰ ਬੀਨਾ। ਇਹ ਤਿੰਨਾਂ ਅਵਸਥਾ ਬਾਰੇ ਵਿਸਤਾਰ ਸਹਿਤ ਸਪਸ਼ਟ ਕਰਕੇ ਹੇ ਸਿਆਣੇ ਪਿਆਰੇ ਦਇਆ ਸਿੰਘ ਜੀ ਸਾਨੂੰ ਦੱਸੋ। ਮੂਰਛਾ ਰੂਪ ਸਮਾਦ ਕਹੀ ਜਾਏ। ਫਿਰ ਮੂਰਛਾ ਬੇਹੋਸ਼ੀ ਕਿਹਨੂੰ ਕਹਿੰਦੇ ਨੇ? ਸਮਾਧੀ ਬਾਰੇ ਦੱਸੋ ਜੀ, ਸਮਾਧੀ ਕਿਸ ਦਾ ਨਾਮ ਹੈ? ਤੁਰੀ ਅਵਸਥਾ ਰੂਪ ਬਨੀਜਾ। ਤੁਰੀਆ ਅਵਸਥਾ ਰੂਪ ਬਾਰੇ ਵੀ ਸਾਨੂੰ ਸਮਝਾਓ। ਇੱਕ ਸਾਖੀ ਅਰ ਜੀਵ ਜੇ ਹੋਏ। ਇੱਕ ਸਾਖੀ ਹੁੰਦਾ ਹੈ, ਇੱਕ ਜੀਵ ਹੁੰਦਾ ਹੈ। ਇਹ ਕੌਣ ਹੈ? ਜਿਸ ਜਾਏ ਨ ਜਾਸੇ ਨ ਰੂਪ ਬਖਾਨਾ ਸੋਏ। ਸੋ ਜਿਵੇਂ ਇਹਨਾਂ ਦਾ ਰੂਪ ਹੈ ਉਸ ਬਾਰੇ ਵਰਣਨ ਕਰੋ। ਨੋ ਬ੍ਰਹਮ ਨਿਰਣੈ ਕਰ ਲਾਹੋ। ਫਿਰ ਬ੍ਰਹਮ ਨਿਰਣਾ ਕਰਕੇ ਦੱਸੋ। ਪੰਜ ਕੋਸ਼ ਕੋ ਰੂਪ ਸੁਕਾਹੋ। ਫਿਰ 5 ਕੋਸ਼ ਦੇ ਸਾਰੇ ਰੂਪ ਬਿਆਨ ਕਰੋ। 15 ਪ੍ਰਸ਼ਨ ਸੁਨੇ ਸਭ ਕਾਨ। ਜਦ ਪਿਆਰੇ
ਮਹਾਰਾਜ ਦਇਆ ਸਿੰਘ ਜੀ ਨੇ 15 ਪ੍ਰਸ਼ਨ ਗੁਰਸਿੱਖਾਂ ਦੇ ਆਪਣੇ ਕੰਨਾਂ ਵਿੱਚ ਸੁਣੇ। ਦਇਆ ਸਿੰਘ ਜੀ ਕਰਤਬ ਖਾਨ। ਤੇ ਪਿਆਰੇ ਦਇਆ ਸਿੰਘ ਜੀ ਇਹਨਾਂ ਦਾ ਉੱਤਰ ਦੇਣ ਲੱਗੇ। ਇਹਨਾਂ ਦਾ ਉੱਤਰ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਭੁੱਲ ਚੁੱਕ ਮਾਫ਼ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਫਿਰ ਮੈਂ ਆਪ ਨੂੰ ਯਾਦ ਦਿਲਾਉਂਦਾ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਪੁਰਬ ਹੈ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੈ ਕਿ ਮਹਾਰਾਜ ਆਪ ਦੀਆਂ ਦਿੱਤੀਆਂ ਸਿੱਖਿਆਵਾਂ 'ਤੇ ਸਾਨੂੰ ਚੱਲਣ ਦਾ ਬਲ ਬਖਸ਼ਿਸ਼ ਕਰਨ ਜੀ। 15 ਪ੍ਰਸ਼ਨ ਸੁਨੇ ਸਭ ਕਾਨ। ਦਇਆ ਸਿੰਘ ਜੀ ਕਰਤਬ ਖਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।